ਚਾਲੇ ਇੱਕ ਵੱਡੀ ਖਬਰ ਆ ਰਹੀ ਹੈ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ। ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਕ੍ਰਾਸ ਵੋਟਿੰਗ ਹੋਈ ਹੈ। ਕ੍ਰਾਸ ਵੋਟਿੰਗ ਦਾ ਮਤਲਬ ਹੈ ਕਿ ਪਾਰਟੀ ਦੇ ਕਹਿਣ ਦੇ ਬਾਵਜੂਦ ਦੂਜੇ ਉਮੀਦਵਾਰ ਨੂੰ ਵੋਟ ਪਾ ਦਿੱਤੀ ਗਈ। ਕਿਵੇਂ ਕ੍ਰਾਸ ਵੋਟਿੰਗ ਹੋਈ ਹੈ ਪੂਰਾ ਸਮਝਾਵਾਂਗੇ, ਪਰ ਵੱਡੀ ਖਬਰ ਤੁਹਾਨੂੰ ਦੱਸਦੇ ਹਾਂ। ਰਾਸ਼ਟਰਪਤੀ ਚੋਣਾਂ ਦੇ ਵਿੱਚ ਕ੍ਰਾਸ ਵੋਟਿੰਗ ਹੋਈ ਹੈ ਪੰਜਾਬ ਦੇ ਵਿੱਚ। ਦ੍ਰੋਪਦੀ ਮੁਰਮੂ ਨੂੰ ਪੰਜਾਬ ਤੋਂ ਕੁੱਲ 8 ਵੋਟਾਂ ਮਿਲੀਆਂ ਨੇ। 8 ਇਹ 8 ਵੋਟਾਂ ਕਿਵੇਂ ਮਿਲੀਆਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਦ੍ਰੋਪਦੀ ਮੁਰਮੂ ਦੇ ਖਾਤੇ ਦੇ ਵਿੱਚ 8 ਵੋਟਾਂ ਚਲੀਆਂ ਗਈਆਂ, ਜਦਕਿ ਵੋਟਾਂ ਜੋ ਸਮਰਥਨ ਹਾਸਲ ਸੀ ਉਸ ਦੇ ਹਿਸਾਬ ਨਾਲ ਸਿਰਫ 5 ਵੋਟਾਂ ਮਿਲਣੀਆਂ ਚਾਹੀਦੀਆਂ ਸੀ। 3 ਵੋਟਾਂ ਕ੍ਰਾਸ ਵੋਟਿੰਗ ਦੇ ਜ਼ਰੀਏ ਮਿਲੀਆਂ ਨੇ ਦ੍ਰੋਪਦੀ ਮੁਰਮੂ ਨੂੰ। ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਇਸ ਦੇ ਨਾਲ ਬੀਜੇਪੀ ਦਾ ਸਮਰਥਨ ਸੀ ਹੀ। ਬੀਜੇਪੀ ਦੇ ਸਮਰਥਿਤ ਉਮੀਦਵਾਰ ਸੀ ਦ੍ਰੋਪਦੀ ਮੁਰਮੂ, ਜਿਨ੍ਹਾਂ ਨੇ ਜਿੱਤ ਵੀ ਹਾਸਲ ਕਰ ਲਈ। ਬੀਜੇਪੀ ਦੇ 2 ਵਿਧਾਇਕ ਨੇ ਮੌਜੂਦਾ ਸਮੇਂ ਦੇ ਵਿੱਚ। ਉਸ ਤੋਂ ਬਾਅਦ ਅਕਾਲੀ ਦਲ ਦੇ 3 ਵਿਧਾਇਕ ਨੇ, 3 ਤੇ 2 5 ਤੇ 1 ਬੀਐਸਪੀ ਦਾ ਜੋ ਅਕਾਲੀ ਦਲ ਸਮਰਥਿਤ ਹੈ। ਇਸ ਕਰਕੇ ਉਹਨਾਂ ਦਾ ਵੀ ਸਮਰਥਨ ਦ੍ਰੋਪਦੀ ਮੁਰਮੂ ਵਾਲੇ ਪਾਸੇ ਸੀ। ਯਾਨੀ ਟੋਟਲ 6 ਵੋਟਾਂ। ਇਹਨਾਂ ਦੇ ਵਿੱਚੋਂ 1 ਵੋਟ ਮਨਪ੍ਰੀਤ ਸਿੰਘ ਇਆਲੀ, ਉਹਨਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਰਾਸ਼ਟਰਪਤੀ ਚੋਣਾਂ ਦੇ ਵਿੱਚ ਨਹੀਂ ਕੀਤਾ। ਯਾਨੀ ਬਾਕੀ ਬਚ ਗਿਆ ਪਿੱਛੇ 5 ਵੋਟਾਂ। ਜੋ ਸਮਰਥਨ ਅਕਾਲੀ ਦਲ ਤੇ ਬੀਜੇਪੀ ਦਾ ਸੀ ਉਹ ਜੋੜ ਕੇ ਬਣਦੀਆਂ ਨੇ 5 ਵੋਟਾਂ। ਤਾਂ ਹੁਣ ਮਿਲੀਆਂ ਨੇ 8 ਵੋਟਾਂ। ਤਾਂ 8 ਵੋਟਾਂ ਦੇ ਵਿੱਚ 3 ਵੋਟਾਂ ਹੋਰ ਕੌਣ ਦ੍ਰੋਪਦੀ ਮੁਰਮੂ ਦੇ ਵੱਲ ਭੁਗਤ ਗਈਆਂ। ਕੌਣ ਦ੍ਰੋਪਦੀ ਮੁਰਮੂ ਦੇ ਹੱਕ ਦੇ ਵਿੱਚ ਵੋਟਾਂ ਪਾ ਗਿਆ, ਇਹ ਵੀ ਤੁਹਾਨੂੰ ਦੱਸ ਦਈਏ ਕਿ ਜੇ ਪੂਰਾ ਅੰਕੜਾ ਹੈ, ਕਿਉਂਕਿ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ, 117 ਦੇ ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਦੇ ਕੋਲ। ਉਸ ਤੋਂ ਬਾਅਦ 18 ਸੀਟਾਂ ਕਾਂਗਰਸ ਦੇ ਕੋਲ, 3 ਸੀਟਾਂ ਅਕਾਲੀ ਦਲ ਦੇ ਕੋਲ, 1 ਸੀਟ ਬੀਐਸਪੀ ਦੇ ਕੋਲ ਹੈ, 2 ਸੀਟਾਂ ਬੀਜੇਪੀ ਦੇ ਕੋਲ ਨੇ। 116 ਤੇ 117ਵੀਂ ਸੀਟ ਇੱਕ ਆਜ਼ਾਦ ਉਮੀਦਵਾਰ ਜੋ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਪਿਤਾ। ਤਾਂ ਤੁਹਾਨੂੰ ਦੱਸ ਦਈਏ ਜੋ ਰਾਣਾ ਇੰਦਰ ਪ੍ਰਤਾਪ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਆਜ਼ਾਦ ਉਮੀਦਵਾਰ, ਬਤੌਰ ਆਜ਼ਾਦ ਉਮੀਦਵਾਰ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਸੁਲਤਾਨਪੁਰ ਲੋਧੀ ਸੀਟ ਤੋਂ। ਤਾਂ 117 ਪੂਰੇ ਜਿਹੜੇ ਕੈਂਡੀਡੇਟਸ ਸੀਗੇ, 117 ਜਿਹੜੇ ਵੋਟਰ ਰਾਸ਼ਟਰਪਤੀ ਚੋਣਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ, ਤਾਂ ਉਹਨਾਂ ਦੇ ਵਿੱਚੋਂ 8 ਵੋਟਾਂ ਦ੍ਰੋਪਦੀ ਮੁਰਮੂ ਵਾਲੇ ਪਾਸੇ ਚਲੀਆਂ ਗਈਆਂ। ਵੈਸੇ ਜੇ ਸਮਰਥਨ ਦੇ ਲਿਹਾਜ਼ ਦੇ ਨਾਲ ਦੇਖਿਆ ਜਾਵੇ ਤਾਂ ਸਿਰਫ 5 ਵੋਟਾਂ ਪੈਣੀਆਂ ਚਾਹੀਦੀਆਂ ਸੀ, ਤਾਂ 5 ਵੋਟਾਂ ਨਹੀਂ ਬਲਕਿ ਵੋਟਾਂ ਪੈ ਗਈਆਂ 8। ਤਾਂ ਹੁਣ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੇ ਕਿਹੜੇ ਕੈਂਡੀਡੇਟ ਜਾਂ ਫਿਰ ਕਿਹੜੇ ਵਿਧਾਇਕ ਨੇ ਦੂਜੇ ਪਾਸੇ ਜਾ ਕੇ ਵੋਟ ਕਰ ਦਿੱਤੀ। ਤਾਂ ਇਹ ਤੁਹਾਨੂੰ ਦਿਖਾ ਰਿਹਾ ਰਾਸ਼ਟਰਪਤੀ ਚੋਣਾਂ ਦੇ ਵਿੱਚ ਕ੍ਰਾਸ ਵੋਟਿੰਗ ਹੋਈ ਹੈ, ਕਿਸ ਤਰੀਕੇ ਨਾਲ ਹੋਈ ਹੈ। 8 ਵੋਟਾਂ ਦ੍ਰੋਪਦੀ ਮੁਰਮੂ ਨੂੰ ਮਿਲੀਆਂ ਨੇ ਔਰ ਦੂਜੇ ਪਾਸੇ 101 ਵੋਟਾਂ ਮਿਲੀਆਂ ਨੇ ਜਿਹੜੇ ਯਸ਼ਵੰਤ ਸਿਨਹਾ ਸੀ, ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਪੈ ਗਈਆਂ। ਹੁਣ ਮੈਂ ਪੂਰਾ ਅੰਕੜਾ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਟੋਟਲ ਜਿਹੜੇ ਇਸ ਸਮੇਂ ਵੋਟਾਂ ਪਈਆਂ ਉਹਨਾਂ ਦੇ ਵਿੱਚੋਂ 114 ਵੋਟਾਂ ਪਈਆਂ, 3 ਗੈਰ ਹਾਜ਼ਰ ਰਹੇ। 3 ਗੈਰ ਹਾਜ਼ਰ ਰਹੇ ਜਿਨ੍ਹਾਂ ਦੇ ਵਿੱਚ 2 ਕਾਂਗਰਸ ਤੇ 1 ਮਨਪ੍ਰੀਤ ਇਆਲੀ। ਯਾਨੀ ਕਿ 117 ਦੇ ਵਿੱਚੋਂ ਪਹਿਲਾ ਅੰਕੜਾ ਰਹਿ ਗਿਆ 114। ਉਸ ਤੋਂ ਬਾਅਦ 114 ਦੇ ਵਿੱਚੋਂ ਹੁਣ 5 ਦਾ ਸਮਰਥਨ ਸੀ ਮਨਪ੍ਰੀਤ ਇਆਲੀ ਨੂੰ। ਅਸੀਂ ਜੇ ਉਹਨਾਂ ਨੇ ਵੋਟ ਦਾ ਹੱਕ ਨਹੀਂ ਇਸਤੇਮਾਲ ਕੀਤਾ, ਉਹਨਾਂ ਨੂੰ ਸਾਈਡ ਰੱਖ ਦਈਏ, ਤਾਂ 114 ਦੇ ਵਿੱਚੋਂ ਜੇਕਰ ਅਸੀਂ 5 ਘਟਾਈਏ ਤਾਂ ਕਰੀਬ ਉਸ ਤੋਂ ਪਹਿਲਾਂ ਇਹ ਵੀ ਜਾਣਨਾ ਜ਼ਰੂਰੀ ਹੈ ਕਿ 114 ਦੇ ਵਿੱਚੋਂ 5 ਅਵੈਧ, ਯਾਨੀ ਕਿ 5 ਵੋਟਾਂ ਵੈਲਿਡ ਨਹੀਂ ਸੀ, ਉਹ ਅਵੈਧ ਕਰਾਰ ਦੇ ਦਿੱਤੀਆਂ ਗਈਆਂ। 114 ਦੇ ਵਿੱਚੋਂ ਅੰਕੜਾ ਘਟ ਕੇ ਆ ਗਿਆ 109 ਦੇ ਉੱਤੇ। ਤੇ ਹੁਣ ਜੇ ਅੰਕੜਾ ਧਿਆਨ ਦੇ ਨਾਲ ਦੇਖਿਆ ਜਾਵੇ ਤਾਂ 5 ਵੋਟਾਂ ਪੈਣੀਆਂ ਚਾਹੀਦੀਆਂ ਸੀ ਦ੍ਰੋਪਦੀ ਮੁਰਮੂ ਨੂੰ, ਤੇ ਬਾਕੀ ਦੀਆਂ ਵੋਟਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਉਹ ਯਸ਼ਵੰਤ ਸਿਨਹਾ ਦੇ ਹੱਕ ਦੇ ਵਿੱਚ। ਪਰ ਇੱਥੇ ਯਸ਼ਵੰਤ ਸਿਨਹਾ ਨੂੰ 101 ਵੋਟਾਂ ਪਈਆਂ ਨੇ, ਜਦਕਿ 8 ਵੋਟਾਂ ਪੈ ਗਈਆਂ ਦ੍ਰੋਪਦੀ ਮੁਰਮੂ ਨੂੰ। ਤਾਂ ਪੰਜਾਬ ਦੇ ਵਿੱਚ ਕੀ ਕੋਈ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਜਿਹੜਾ ਦੂਜੇ ਪਾਸੇ ਜਾ ਕੇ ਵੋਟ ਕਰ ਗਿਆ, ਜਾਂ ਫਿਰ ਕਾਂਗਰਸ ਦਾ ਕੋਈ ਵਿਧਾਇਕ ਹੈ ਜਿਨ੍ਹਾਂ ਨੇ ਕ੍ਰਾਸ ਵੋਟਿੰਗ ਕਰ ਦਿੱਤੀ? ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਤਾਂ ਉਮੀਦਵਾਰ ਸੀ, ਕਾਂਗਰਸ ਸਮਰਥਿਤ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਉਮੀਦਵਾਰ ਸੀ ਯਸ਼ਵੰਤ ਸਿਨਹਾ, ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਆ ਉਹਨਾਂ ਨੇ ਸਮਰਥਨ ਦਾ ਐਲਾਨ ਕੀਤਾ ਸੀ ਕਿ ਅਸੀਂ ਸਮਰਥਨ ਦਾ ਐਲਾਨ ਕਰ ਰਹੇ ਹਾਂ ਯਸ਼ਵੰਤ ਸਿਨਹਾ ਦੇ ਲਈ। ਯਾਨੀ ਪੰਜਾਬ ਦੇ ਵਿੱਚ ਜਿਹੜੀਆਂ ਵਿਧਾਇਕ ਨੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਇੱਕ ਆਮ ਆਦਮੀ ਪਾਰਟੀ ਤੇ ਕਾਂਗਰਸ ਯਸ਼ਵੰਤ ਸਿਨਹਾ ਵਾਲੇ ਪਾਸੇ, ਤੇ ਇੱਕ ਪਾਸੇ ਅਕਾਲੀ ਦਲ ਤੇ ਬੀਜੇਪੀ ਉਹ ਦ੍ਰੋਪਦੀ ਮੁਰਮੂ ਵਾਲੇ ਪਾਸੇ। ਦ੍ਰੋਪਦੀ ਮੁਰਮੂ ਵਾਲੇ ਪਾਸੇ ਜੇਕਰ ਅਕਾਲੀ ਦਲ ਤੇ ਬੀਜੇਪੀ ਆ ਰਹੇ ਹਨ, ਟੋਟਲ ਵਿਧਾਇਕ ਹੁੰਦੇ ਉਹਨਾਂ ਦੇ 6, ਉਹਨਾਂ ਦੇ ਵਿੱਚੋਂ ਮਨਪ੍ਰੀਤ ਇਆਲੀ ਨੇ ਵੋਟ ਨਹੀਂ ਪਾਈ, ਇਸ ਕਰਕੇ ਵੋਟਾਂ ਦੀ ਗਿਣਤੀ 8 ਨਹੀਂ ਬਲਕਿ 5 ਹੋਣੀ ਚਾਹੀਦੀ ਸੀ। ਤੇ ਦੂਜੇ ਪਾਸੇ ਜਿਹੜੇ 101 ਵੋਟਾਂ ਜਿਨ੍ਹਾਂ ਨੂੰ ਮਿਲੀਆਂ ਨੇ, ਕਿਉਂਕਿ 117 ਦੇ ਵਿੱਚੋਂ 3 ਵੋਟਾਂ ਅਵੈਧ ਕਰਾਰ ਦੇ ਦਿੱਤੀਆਂ ਗਈਆਂ, 5 ਅਵੈਧ ਕਰਾਰ ਦੇ ਦਿੱਤੀਆਂ ਗਈਆਂ, 3 ਵੋਟਾਂ ਪਈਆਂ ਨਹੀਂ, ਯਾਨੀ ਕਿ ਉਹਨਾਂ ਨੇ ਵੋਟ ਹੱਕ ਦਾ ਇਸਤੇਮਾਲ ਨਹੀਂ ਕੀਤਾ। ਤਾਂ ਉਸ ਤੋਂ ਬਾਅਦ ਜਿਹੜਾ ਵੋਟਾਂ ਦਾ ਅੰਕੜਾ ਸੀ ਉਹ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਸੀ, ਬਹੁਤ ਘੱਟ ਹੈ। ਤਾਂ ਇਹ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਕਿਹੜੇ ਵਿਧਾਇਕ ਨੇ ਜਾ ਕੇ, ਕਿਹੜੀ ਪਾਰਟੀ ਦੇ ਵਿਧਾਇਕ ਨੇ ਜਾ ਕੇ ਕ੍ਰਾਸ ਵੋਟਿੰਗ ਕਰ ਦਿੱਤੀ, ਯਾਨੀ ਕਿ ਵਿਰੋਧੀ ਧਿਰ ਵਾਲੇ ਪਾਸੇ ਜਾ ਕੇ ਵੋਟ ਪਾ ਦਿੱਤੀ। ਕੀ ਇਹ ਕਾਂਗਰਸ ਦੇ ਅੰਦਰ ਹੋਇਆ ਜਾਂ ਆਮ ਆਦਮੀ ਪਾਰਟੀ ਦੇ ਅੰਦਰ ਹੋਇਆ? ਇਹ ਇੱਕ ਵੱਡਾ ਸਵਾਲ ਔਰ ਦਿਲਚਸਪ ਸਵਾਲ ਜ਼ਰੂਰ ਬਣ ਗਿਆ, ਕਿਉਂਕਿ ਪੰਜਾਬ ਦੇ ਵਿੱਚ
ਜੇ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰੀਏ ਬੜੀ ਕਲੀਅਰ ਕੱਟ ਮੈਜੋਰਟੀ ਹੈ, 92 ਸੀਟਾਂ ਹੈਗੀਆਂ ਨੇ। ਪਰ ਦੂਜੇ ਪਾਸੇ ਕਾਂਗਰਸ ਦੇ ਅੰਦਰ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੀ ਇਕਜੁੱਟਤਾ ਨਹੀਂ ਬਣ ਸਕੀ ਕਿ ਕਾਂਗਰਸ ਦੇ ਵਿੱਚੋਂ ਹੀ ਜਿਹੜੇ ਕੁਝ ਕਾਂਗਰਸੀ ਸੀ ਵਿਧਾਇਕ ਉਹਨਾਂ ਨੇ ਜਾ ਕੇ ਵੋਟ ਦ੍ਰੋਪਦੀ ਮੁਰਮੂ ਨੂੰ ਕਰ ਦਿੱਤੀ। ਚਲੋ ਇੱਕ ਰਾਣਾ ਇੰਦਰ ਪ੍ਰਤਾਪ ਦਾ ਵੀ ਮੈਂ ਨਾਮ ਰੱਖ ਰਿਹਾ ਕਿ ਉਹ ਵੀ ਜੇਕਰ, ਕਿਉਂਕਿ ਉਹ ਆਜ਼ਾਦ ਉਮੀਦਵਾਰ ਨੇ, ਕਾਂਗਰਸ ਦਾ ਉਹਨਾਂ ਦੇ ਉੱਪਰ ਸਿੱਧੇ ਤੌਰ ਦੇ ਉੱਤੇ ਕੋਈ ਵੀ ਆਦੇਸ਼ ਲਾਗੂ ਨਹੀਂ ਹੁੰਦਾ, ਤਾਂ ਦ੍ਰੋਪਦੀ ਮੁਰਮੂ ਨੂੰ ਜੇਕਰ ਉਹਨਾਂ ਨੇ ਵੋਟ ਪਾ ਦਿੱਤੀ ਤਾਂ 6ਵੇਂ ਉਹ ਵੀ ਰੱਖ ਲਈਏ। 7ਵਾਂ ਤੇ 8ਵਾਂ ਕੌਣ ਹੈ? 7ਵਾਂ ਤੇ 8ਵਾਂ ਵਿਧਾਇਕ ਕਿਹੜਾ ਸੀ ਜਿਹੜਾ ਦ੍ਰੋਪਦੀ ਮੁਰਮੂ ਵਾਲੇ ਪਾਸੇ ਵੋਟ ਪਾ ਗਿਆ? ਕਿ ਕਾਂਗਰਸ ਦਾ ਸੀ ਕੋਈ ਜਾਂ ਫਿਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਸੀ ਕੋਈ? ਇਹ ਇੱਕ ਵੱਡਾ ਸਵਾਲ ਜ਼ਰੂਰ ਹੋ ਗਿਆ। ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਜਦੋਂ ਸਿਆਸੀ ਪਾਰਟੀਆਂ ਦੇ ਵੱਲੋਂ ਅਨਾਉਂਸ ਕੀਤਾ ਜਾਂਦਾ ਹੈ, ਸਿਆਸੀ ਪਾਰਟੀਆਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਅਸੀਂ ਇਸ ਪਾਰਟੀ ਦਾ ਸਮਰਥਨ ਕਰਾਂਗੇ ਜਾਂ ਇਸ ਉਮੀਦਵਾਰ ਦਾ ਸਮਰਥਨ ਕਰਾਂਗੇ, ਤਾਂ ਫਿਰ ਤਕਰੀਬਨ ਹਰ ਜਿਹੜੇ ਪਾਰਟੀ ਦਾ ਵਿਧਾਇਕ ਹੁੰਦਾ ਹੈ ਜਾਂ ਐਮਪੀ ਹੁੰਦਾ ਹੈ ਤਾਂ ਉਹ ਆਪਣੀ ਪਾਰਟੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਜਾ ਕੇ ਵੋਟ ਕਰਦਾ ਹੈ। ਪਰ ਇੱਥੇ ਕੁਝ ਵੱਖਰਾ ਹੁੰਦਾ ਨਜ਼ਰ ਆ ਰਿਹਾ ਹੈ। 5 ਵੋਟਾਂ ਮਿਲਣੀਆਂ ਚਾਹੀਦੀਆਂ ਸੀ ਸਮਰਥਨ ਦੇ ਹਿਸਾਬ ਦੇ ਨਾਲ, ਦ੍ਰੋਪਦੀ ਮੁਰਮੂ ਨੂੰ 8 ਵੋਟਾਂ ਮਿਲ ਗਈਆਂ। ਪੁਆਇੰਟ ਨੰਬਰ 2, ਜੇ ਇਸ ਦੇ ਵਿੱਚ ਰਾਣਾ ਇੰਦਰ ਪ੍ਰਤਾਪ ਨੂੰ ਵੀ ਜੋੜ ਲਿਆ ਜਾਵੇ ਕਿਉਂਕਿ ਉਹ ਆਜ਼ਾਦ ਉਮੀਦਵਾਰ ਨੇ, ਇੱਕ ਵਾਰੀ ਪੁਆਇੰਟ ਰੱਖ ਲਈਏ ਕਿ ਉਹਨਾਂ ਨੇ ਵੋਟ ਕੀਤੀ ਹੋਣੀ ਹੈ, ਹਾਲਾਂਕਿ ਇਹ ਵੀ ਕਲੀਅਰ ਨਹੀਂ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਵੋਟ ਕੀਤੀ ਜਾਂ ਫਿਰ ਬੀਜੇਪੀ ਦੇ ਉਮੀਦਵਾਰ ਨੂੰ। ਜੇ ਇੱਕ ਪੁਆਇੰਟ ਮੰਨ ਵੀ ਲਿਆ ਜਾਵੇ ਤਾਂ ਵੀ 6 ਹੁੰਦੇ ਨੇ, ਤਾਂ 2 ਹੋਰ ਕਿਹੜੇ ਕਾਂਗਰਸੀ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਸੀ ਜਿਨ੍ਹਾਂ ਨੇ ਵੋਟ ਦ੍ਰੋਪਦੀ ਮੁਰਮੂ ਦੇ ਹੱਕ ਦੇ ਵਿੱਚ ਭੁਗਤਾ ਦਿੱਤੀ? ਸਿੱਧਾ ਰੁਕ ਕਰਦੇ ਹਾਂ। ਵਿਨੇਸ਼ ਕਟਾਰੀਆ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ। ਵਿਨੇਸ਼, ਬਹੁਤ ਦਿਲਚਸਪ ਹੈ ਪੰਜਾਬ ਦੀ ਸਿਆਸਤ, ਹਮੇਸ਼ਾ ਤੋਂ ਰਹੀ ਹੈ, ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਇਹ ਹੁਣ ਕਿਹੜੀ ਪਾਰਟੀ ਦੇ ਅੰਦਰ ਦੀ ਖਾਨਾ ਜੰਗੀ ਸਮਝੀ ਜਾਵੇ ਕਿ ਪਾਰਟੀ ਸੁਪਰੀਮੋ ਦੇ ਆਦੇਸ਼ਾਂ ਦੇ ਬਾਵਜੂਦ ਇਸ ਆਦੇਸ਼ਾਂ ਦੇ ਬਾਵਜੂਦ ਦੂਜੇ ਪਾਸੇ ਜਾ ਕੇ ਵੋਟ ਕਰ ਦਿੱਤੀ ਗਈ, ਯਾਨੀ ਕਿ ਕ੍ਰਾਸ ਵੋਟਿੰਗ ਕਰ ਦਿੱਤੀ? ਗੌਰਵ, ਬਿਲਕੁਲ ਸਹੀ ਫਰਮਾਇਆ ਤੁਸੀਂ ਕਿ ਬੜਾ ਇੰਟਰਸਟਿੰਗ ਜਿਹੜਾ ਫਿਗਰ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਵੀ ਕ੍ਰਾਸ ਵੋਟਿੰਗ ਹੋਈ ਹੈ। ਜਿਹੜੇ ਕਿ ਦ੍ਰੋਪਦੀ ਮੁਰਮੂ ਹੈ, ਜਿਨ੍ਹਾਂ ਨੂੰ ਮੰਨਿਆ ਜਾ ਰਿਹਾ ਸੀ 5 ਜਾਂ ਵੱਧ ਤੋਂ ਵੱਧ 6 ਵੋਟਾਂ ਮਿਲਣੀਆਂ ਚਾਹੀਦੀਆਂ, ਉਹ 8 ਵੋਟਾਂ ਲੈਣ 'ਚ ਕਾਮਯਾਬ ਹੋ ਗਏ। ਤੇ ਯਸ਼ਵੰਤ ਸਿਨਹਾ, ਜੇ ਆਪਾਂ ਸਿੰਪਲ ਟੈਲੀ ਨੂੰ ਕਾਊਂਟ ਕਰੀਏ ਵੀ 92 ਵੋਟਾਂ ਆਮ ਆਦਮੀ ਪਾਰਟੀ ਦੀਆਂ ਤੇ 18 ਵੋਟਾਂ ਕਾਂਗਰਸ ਦੀਆਂ, 110 ਵੋਟਾਂ ਮਿਲਣੀਆਂ ਚਾਹੀਦੀਆਂ ਸੀਗੀਆਂ। ਉਹ ਮੰਨ ਲਓ ਕਾਂਗਰਸੀਆਂ ਨੇ ਵੋਟ ਨਹੀਂ ਪਾਈ ਤਾਂ ਰਹਿ ਗਈਆਂ 108, ਤੇ ਤਾਂ ਵੀ 101 ਵੋਟਾਂ ਉਹਨਾਂ ਨੂੰ ਮਿਲੀਆਂ, ਮਤਲਬ 7 ਵੋਟਾਂ ਸਿੱਧੀਆਂ ਰਿਡਿਊਸ ਹੋ ਗਈਆਂ। ਤੇ ਹੁਣ ਗੌਰਵ ਜੀ, ਪਹਿਲਾਂ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਿਉਂਕਿ ਕਾਂਗਰਸ ਪਾਰਟੀ ਮੰਨਿਆ ਜਾ ਰਿਹਾ, ਜਿਹੜਾ ਕੱਲ ਪੂਰੇ ਦੇਸ਼ ਦੇ ਰਿਜ਼ਲਟ ਆਏ ਹੈ ਸਾਰੇ ਸੂਬਿਆਂ ਦੇ, ਉਸ ਵਿੱਚ ਕਾਫੀ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਕ੍ਰਾਸ ਵੋਟਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਸੀਗੀਆਂ। ਪਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਰਾਣਾ ਇੰਦਰ ਪ੍ਰਤਾਪ ਜਿਹੜੇ ਆਜ਼ਾਦ ਵਿਧਾਇਕ ਹੈ, ਆਪਾਂ ਜਾਣਦੇ ਹਾਂ ਉਹਨਾਂ ਦੇ ਕਾਂਗਰਸ ਦਾ ਕੋਈ ਵੀ ਜਿਹੜਾ ਰੂਲ ਹੈ ਜਾਂ ਆਰਡਰ ਹੈ ਇੰਪਲੀਮੈਂਟ ਨਹੀਂ ਹੁੰਦਾ। ਇੱਕ ਰਾਣਾ ਇੰਦਰ ਪ੍ਰਤਾਪ ਆਪਾਂ ਮੰਨ ਸਕਦੇ, ਜਿਸ ਤਰ੍ਹਾਂ ਤੁਸੀਂ ਵੀ ਦੱਸ ਰਹੇ ਸੀਗੇ ਵੀ 6ਵੀਂ ਵੋਟ ਉਹਨਾਂ ਦੀ ਹੋ ਸਕਦੀ ਹੈ। ਪਰ ਇਸ ਤੋਂ ਇਲਾਵਾ ਗੌਰਵ, ਸੰਦੀਪ ਜਾਖੜ ਜਿਹੜੇ ਬੀਜੇਪੀ ਚ ਗਏ ਆਗੂ ਹੈ, ਸੁਨੀਲ ਜਾਖੜ ਦੇ ਭਤੀਜੇ ਹੈ, ਤੇ ਪਰ ਉਹ ਕਾਂਗਰਸ ਦੇ ਵਿਧਾਇਕ ਹੈ। ਤੇ ਸੰਦੀਪ ਜਾਖੜ ਨੂੰ ਮੰਨਿਆ ਜਾਂਦਾ ਕਿ ਸੁਨੀਲ ਜਾਖੜ ਦੇ ਬੇਸ ਤੇ ਹੀ ਉਹ ਜਿੱਤੇ ਸੀਗੇ ਅਬੋਹਰ ਤੋਂ। ਤੇ ਹੋ ਸਕਦਾ ਹੈ ਵੀ ਕਿਉਂਕਿ ਜਦੋਂ ਸੁਨੀਲ ਜਾਖੜ ਜਦੋਂ ਬੀਜੇਪੀ ਵਿੱਚ ਗਏ ਸੀਗੇ, ਉਦੋਂ ਸੰਦੀਪ ਜਾਖੜ ਵੱਲੋਂ ਕੁਝ ਅਜਿਹੇ ਬਿਆਨ ਆਏ ਸੀਗੇ ਜਿਹੜੇ ਕਾਂਗਰਸ ਪਾਰਟੀ ਨੂੰ ਸੂਟ ਨਹੀਂ ਕਰ ਰਹੇ ਸੀਗੇ। ਤੇ ਹੋ ਸਕਦਾ ਹੈ ਕਿ ਸੰਦੀਪ ਜਾਖੜ ਇੱਕ ਕਮਜ਼ੋਰ ਕੜੀ ਮੰਨੇ ਜਾ ਰਹੇ ਸੀਗੇ। ਹਾਲਾਂਕਿ ਇਸ ਗੱਲ ਦੀ ਹਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਉਹਨਾਂ ਨੇ ਕ੍ਰਾਸ ਵੋਟਿੰਗ ਕੀਤੀ ਹੈ ਨਹੀਂ ਕੀਤੀ ਹੈ। ਇਸ ਤੋਂ ਇਲਾਵਾ ਹੁਣ ਆਮ ਆਦਮੀ ਪਾਰਟੀ ਤੇ ਵੀ ਸਵਾਲ ਉੱਠ ਰਹੇ ਹੋਣਗੇ ਕਿਉਂਕਿ ਉਹਨਾਂ ਨੇ ਜਿਹੜੇ 2 ਵਿਧਾਇਕ ਹੈ ਦੇ ਨਾਮ ਸਾਹਮਣੇ ਆ ਰਹੇ ਹੈ, ਜਿਹੜੇ 2 ਵਿਧਾਇਕ ਹੈ ਸਾਹਮਣੇ ਆ ਰਿਹਾ ਵੀ ਕ੍ਰਾਸ ਵੋਟਿੰਗ ਹੋਈ ਆ, ਉਹ ਆਮ ਆਦਮੀ ਪਾਰਟੀ ਚੋਂ ਹੋ ਸਕਦੇ ਹੈ, ਕਾਂਗਰਸ ਚੋਂ ਹੋ ਸਕਦੇ ਹੈ। ਕਿਉਂਕਿ ਅਕਾਲੀ ਦਲ ਚ ਟੋਟਲ 3 ਵਿਧਾਇਕ ਸੀਗੇ, ਮਨਪ੍ਰੀਤ ਇਆਲੀ ਨੇ ਬਗਾਵਤ ਕਰਤੀ ਸੀ, ਮੈਂ ਵੋਟ ਨਹੀਂ ਪਾਊਂਗਾ, ਤੇ 2 ਵਿਧਾਇਕ ਬਚੇ, ਡਾਕਟਰ ਸੁੱਖੀ ਤੇ ਕਨੀਵ ਕੌਰ ਮਜੀਠੀਆ, ਉਹਨਾਂ ਦੋਨਾਂ ਨੇ ਵੋਟ ਪਾਤੀ ਸੀ। ਬੀਜੇਪੀ ਦੇ ਵੀ 2 ਵਿਧਾਇਕ ਸੀਗੇ, ਉਹਨਾਂ ਦੋਨਾਂ ਨੇ ਵੋਟ ਪਾਤੀ ਸੀ, ਬਸਪਾ ਦਾ 1 ਵਿਧਾਇਕ ਸੀਗਾ। ਤੇ ਇਸ ਕਰਕੇ ਜਿਹੜੀ ਹੁਣ ਸਾਰੀ ਨਜ਼ਰਾਂ ਹੈਗੀਆਂ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੀ ਹੈ ਕਿ ਇਹਨਾਂ ਦੇ ਕਿਹੜੇ 2 ਵਿਧਾਇਕਾਂ ਵੱਲੋਂ ਕ੍ਰਾਸ ਵੋਟਿੰਗ ਹੋਈ ਹੈ। ਜੀ ਠੀਕ ਹੈ, ਸਾਡੇ ਨਾਲ ਇਸ ਸਮੇਂ ਸੁਭਾਸ਼ ਸ਼ਰਮਾ ਜੁੜ ਰਹੇ ਨੇ, ਜਨਰਲ ਸਕੱਤਰ ਨੇ ਪੰਜਾਬ ਬੀਜੇਪੀ ਦੇ। ਸ਼ਰਮਾ ਜੀ, ਸਵਾਗਤ ਹੈ। ਇਹ ਬਹੁਤ ਦਿਲਚਸਪ ਹੈ ਕਿ ਤੁਹਾਡੇ ਵਾਲੇ ਪਾਸੇ 5 ਵੋਟਾਂ ਪੈਣੀਆਂ ਚਾਹੀਦੀਆਂ ਸੀ, 8 ਵੋਟਾਂ ਪੈ ਗਈਆਂ। ਬੀਜੇਪੀ ਇਸ ਨੂੰ ਕਿਵੇਂ ਦੇਖ ਰਹੀ ਹੈ? ਲੋਕ ਜਾਣਨਾ ਚਾਹੁੰਦੇ ਨੇ ਕਿ ਅੰਦਰ ਖਾਤੇ ਕਿਸੇ ਕਾਂਗਰਸੀ ਨਾਲ ਤੁਸੀਂ ਕੰਟੈਕਟ ਕਰ ਰਹੇ ਸੀ ਵੋਟਾਂ ਵਾਸਤੇ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਪਾਸੇ ਕੋਈ ਗੱਲਬਾਤ ਅੰਦਰ ਖਾਤੇ ਜਾਰੀ ਸੀ? नहीं, अंदर खाते वाली ਇਹਦੇ 'ਚ ਕੋਈ ਗੱਲ ਨਹੀਂ ਹੈ। ਦੇਖੋ, ਯਸ਼ਵੰਤ ਸਿਨਹਾ ਜੀ ਨੇ ਅਪੀਲ ਕੀਤੀ ਸੀ ਜੀ ਸਭ ਐਮਪੀਜ਼ ਨੂੰ ਔਰ ਐਮਐਲਏਜ਼ ਨੂੰ ਕਿ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣ ਕੇ ਵੋਟ ਪਾਓ। ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਕਾਂਗਰਸ ਦੇ ਔਰ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣੀ। ਉਹਨਾਂ ਨੂੰ ਲੱਗਿਆ ਕਿ ਦ੍ਰੋਪਦੀ ਮੁਰਮੂ ਜਿਹੜੀ ਹੈ ਉਹ ਵਿਮਨ ਇੰਪਾਵਰਮੈਂਟ ਦੀ ਸਿੰਬਲ ਹੈ ਔਰ ਇੱਕ ਪਹਿਲੀ ਵਾਰ ਇੱਕ ਟ੍ਰਾਈਬਲ ਮਹਿਲਾ ਦੇਸ਼ ਦੇ ਪ੍ਰੈਜ਼ੀਡੈਂਟ ਦੇ ਅਹੁਦੇ ਤੇ ਵਿਰਾਜਮਾਨ ਹੋ ਰਹੀ ਹੈ।
ਸੋ ਇਸ ਕਰਕੇ ਉਹਨਾਂ ਨੇ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣ ਕੇ ਵੋਟ ਪਾਈ ਹੈ। ਸੋ ਸਾਡੇ ਵੱਲੋਂ ਬਹੁਤ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਵੋਟ ਪਾਈ ਹੈ ਔਰ ਇੱਕ ਬਹੁਤ ਇਤਿਹਾਸਿਕ ਜਿੱਤ ਜਿਹੜੀ ਹੈ ਕੱਲ ਉਹਨਾਂ ਨੂੰ ਪ੍ਰਾਪਤ ਹੋਈ ਹੈ ਔਰ ਪੂਰੀ ਦੁਨੀਆ ਨੇ ਦੇਖਿਆ ਕਿ ਹਿੰਦੁਸਤਾਨ ਦਾ ਲੋਕਤੰਤਰ ਕਿੰਨਾ ਮਜ਼ਬੂਤ ਹੈ ਕਿ ਇੱਕ ਗਰੀਬ ਪਰਿਵਾਰ 'ਚ ਪੈਦਾ ਹੋ ਕੇ, ਇੱਕ ਆਦੀਵਾਸੀ ਪਰਿਵਾਰ 'ਚ ਪੈਦਾ ਹੋ ਕੇ, ਇੱਕ ਜਿਹਨੂੰ ਕਹਿ ਲਓ ਕਿ ਬਹੁਤ ਪਿਛੜੇ ਇਲਾਕੇ 'ਚ ਪੈਦਾ ਹੋ ਕੇ ਇੱਕ ਮਹਿਲਾ ਜਿਹੜੀ ਆ ਉਹ ਦੇਸ਼ ਦੇ ਰਾਸ਼ਟਰਪਤੀ ਦੇ ਪਦ ਤੱਕ ਪਹੁੰਚੀ ਆ। तो भारतीय जनता पार्टी सारे हिंदुस्तान के लोग इससे बड़ा खुश ने, पंजाबी बड़े खुश ने। तो ਅਸੀਂ ਤਾਂ ਧੰਨਵਾਦ ਹੀ ਕਰ ਸਕਦੇ ਹਾਂ ਜੀ। ਲੋਕ ਇਹ ਵੀ ਜਾਨਣਾ ਚਾਹੁੰਦੇ ਹੋਣਗੇ ਕਿ ਤੁਹਾਡਾ ਇਸ਼ਾਰਾ ਕਿਹੜੇ ਵਾਲੇ ਪਾਸੇ ਹੈ, ਜਿਹੜਾ ਤੁਸੀਂ ਕਹਿ ਰਹੇ ਹੋ ਅੰਤਰਾਤਮਾ, ਇਹ ਕਾਂਗਰਸੀਆਂ ਵਾਲੇ ਪਾਸੇ ਹੈ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਪਾਸੇ? ਦੇਖੋ ਹੁਣ ਇਹਦੇ ਬਾਰੇ ਮੈਂ ਤਾਂ ਕੀ ਕਹਿ ਸਕਦਾ ਜੀ, ਤਾਂ ਜਿਹੜੇ ਜਿਨ੍ਹਾਂ ਨੇ ਅੰਤਰਾਤਮਾ ਦੀ ਆਵਾਜ਼ ਸੁਣੀ ਔਰ ਵੋਟ ਪਾਈ ਉਹੀ ਦੱਸ ਸਕਦੇ ਆ, ਜਾਂ ਸਾਡੇ ਕਾਂਗਰਸ ਦੇ ਜਿਹੜੇ ਭਰਾ ਨੇ ਜਾਂ ਆਮ ਆਦਮੀ ਪਾਰਟੀ ਦੇ ਭਰਾ ਨੇ ਉਹ ਪੜਚੋਲ ਕਰ ਲੈਣ ਕਿ ਵੀ ਉਹਨਾਂ ਦੇ ਕਿਹੜੇ ਐਸੇ ਲੋਕ ਨੇ ਜਿਹੜੇ ਅੰਤਰਾਤਮਾ ਦੀ ਆਵਾਜ਼ ਸੁਣ ਕੇ ਵੋਟ ਪਾ ਰਹੇ ਨੇ। लेकिन निश्चित रूप नाल एक अच्छी शुरुआत है कि लोग जड़े हैं वो अपनी सुभाष जी बड़े साबका विधायक ते मंत्री तुहाडे वाले पासे कांग्रेस दे विचों आ गए कि हुण ये दो मौजूदा भी जिहड़े विधायक ने उन्हां दा भी वेलकम करन नूं तैयार हो तुसीं? नहीं, असीं बिल्कुल तैयार हैं और मैं तुहानूं एक गल दस दियां, पंजाब दे लोगां दे अंदर एक चिंतन है और राजनीतिक धिरां दे अंदर, राजनीतिक नेतावां दे अंदर भी है कि इस ਵੇਲੇ ਪੰਜਾਬ ਜਿਹਨਾਂ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ, ਚਾਹੇ ਉਹ ਆਰਥਿਕ ਸੰਕਟ ਨੇ, ਚਾਹੇ ਉਹ ਲਾਅ ਐਂਡ ਆਰਡਰ ਦੀ ਗੱਲ ਹੈ, ਚਾਹੇ ਹੋਰ ਪੰਜਾਬ ਦੇ ਜਿਹੜੇ ਮਸਲੇ ਨੇ, ਚਾਹੇ ਉਹ ਇੰਡਸਟਰੀਅਲਾਈਜੇਸ਼ਨ ਦੀ ਪੰਜਾਬ ਦੀ ਗੱਲ ਹੋਏਗੀ, ਉਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਬੀਜੇਪੀ ਜਦੋਂ ਤੱਕ ਪੰਜਾਬ 'ਚ ਨਹੀਂ ਆਏਗੀ, ਜਦੋਂ ਤੱਕ ਬੀਜੇਪੀ ਦੇ ਲੋਕ ਸੱਤਾ 'ਚ ਨਹੀਂ ਆਣਗੇ, ਉਦੋਂ ਤੱਕ ਇਹ ਮਸਲੇ ਹੱਲ ਨਹੀਂ ਹੋਣੇ। ਚਿੰਤਨ ਪੰਜਾਬ 'ਚ ਚੱਲ ਰਿਹਾ ਔਰ ਉਹਦੇ ਕਰਕੇ ਸਿਆਸੀ ਤਰ੍ਹਾਂ 'ਚ ਵੀ ਚੱਲ ਰਿਹਾ ਔਰ ਬਹੁਤ ਸਾਰੇ ਲੋਕ ਜਿਹੜੇ ਹੈ, ਖਾਸ ਕਰਕੇ ਸਿਆਸੀ ਨੇਤਾ ਸਾਰੀਆਂ ਪਾਰਟੀਆਂ ਦੇ, ਚਾਹੇ ਉਹ ਜਿੱਤੇ ਐਮਐਲਏ ਹੋਣਗੇ ਜਾਂ ਬਾਕੀ ਸੀਨੀਅਰ ਲੀਡਰ ਵੀ ਹੋਣਗੇ, ਉਹ ਬਹੁਤ ਸਾਰੇ ਆਪਣੀਆਂ ਪਾਰਟੀਆਂ ਦੇ ਤੋਂ ਨਿਰਾਸ਼ ਨੇ, ਆਪਣੀਆਂ ਪਾਰਟੀਆਂ ਤੋਂ ਉਹਨਾਂ ਦਾ ਜਿਹਨੂੰ ਕਹ ਲਓ ਮੋਹ ਭੰਗ ਹੋ ਚੁੱਕਾ ਜਿਸ ਪ੍ਰਕਾਰ ਦੀ ਪੋਲਿਟਿਕਸ ਚੱਲ ਰਹੀ ਹੈ। ਇਸ ਕਰਕੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਵੱਡੀ ਗਿਣਤੀ 'ਚ ਲੋਕ ਬੀਜੇਪੀ ਸ਼ਾਮਲ ਹੋਣਗੇ। ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਦੀ ਛਵੀ ਸਾਫ਼ ਹੈ, ਜਿਹੜੇ ਪੰਜਾਬ ਨੂੰ ਪਿਆਰ ਕਰਦੇ ਨੇ, ਪੰਜਾਬੀਅਤ ਦੇ ਹੱਕ 'ਚ ਕੰਮ ਕਰਨਾ ਚਾਹੁੰਦੇ ਨੇ, ਮੋਦੀ ਸਾਹਿਬ ਦੀਆਂ ਨੀਤੀਆਂ ਨਾਲ ਸਹਿਮਤ ਨੇ, ਅਗਰ ਉਹ ਬੀਜੇਪੀ ਦੇ ਨਾਲ ਆਉਣਗੇ ਤੇ ਨਿਸ਼ਚਿਤ ਰੂਪ ਨਾਲ ਅਸੀਂ ਬਾਹਾਂ ਖਿਲਾਰ ਕੇ ਉਹਨਾਂ ਦਾ ਸਵਾਗਤ ਵੀ ਕਰਾਂਗੇ। ਜੀ ਆਏਗਾ। ਠੀਕ ਹੈ ਸਰ, ਤੁਸੀਂ ਪੰਜਾਬ ਬੀਜੇਪੀ ਦੇ ਵਿੱਚ ਬਹੁਤ ਅਹਿਮ ਅਹੁਦਾ ਰੱਖਦੇ ਹੋ। ਲੋਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਰਾਣਾ ਇੰਦਰ ਪ੍ਰਤਾਪ ਦੇ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਹੋਈ ਸੀ, ਕਿਉਂਕਿ ਉਹ ਤਾਂ ਆਜ਼ਾਦ ਉਮੀਦਵਾਰ ਜਿੱਤੇ ਹੋਏ ਨੇ, ਕਿ ਬੀਜੇਪੀ ਨੇ ਉਹਨਾਂ ਦੇ ਨਾਲ ਇੱਕ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਆਮ ਤੌਰ ਤੇ ਅਪੀਲ ਕਰ ਦਿੱਤੀ ਜਾਂਦੀ ਹੈ ਫੋਨ ਕਰਕੇ ਕਿ ਤੁਸੀਂ ਤਾਂ ਆਜ਼ਾਦ ਹੋ, ਸਾਡੇ ਵਾਲੇ ਪਾਸੇ ਵੋਟ ਪਾਇਓ, ਕਿ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਗਈ ਸੀ? ਰਾਜਨੀਤੀ 'ਚ ਬਹੁਤ ਸਾਰੀਆਂ ਕੋਸ਼ਿਸ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਜਨਤਕ ਹੁੰਦੀਆਂ, ਬਹੁਤ ਸਾਰੀਆਂ ਕੋਸ਼ਿਸ਼ਾਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਜਨਤਕ ਕਰਨਾ ਠੀਕ ਨਹੀਂ ਹੁੰਦਾ। ਉਹ ਸਾਡੇ ਆਪਸ ਦੇ ਇਤਮਾਦ ਦੀ ਵੀ ਗੱਲ ਹੁੰਦੀ ਹੈ, ਲੇਕਿਨ ਅਸੀਂ ਨਿਸ਼ਚਿਤ ਰੂਪ ਨਾਲ ਕੋਈ ਵੀ ਪਾਰਟੀ ਜਦੋਂ ਚੋਣ ਲੜਦੀ ਹੈ ਤੇ ਉਹ ਸਾਰੇ ਪ੍ਰਯਾਸ ਕਰਦੀ ਹੈ। ਭਾਰਤੀ ਜਨਤਾ ਪਾਰਟੀ ਨੇ ਵੀ ਐਸੇ ਸਭ ਲੋਕਾਂ ਤੇ ਪ੍ਰਯਾਸ ਕੀਤਾ ਜਿਨ੍ਹਾਂ ਬਾਰੇ ਸਾਨੂੰ ਲੱਗਦਾ ਸੀ ਕਿ ਉਹ ਆਪਣੀ ਅੰਤਰਾਤਮਾ ਦੀ ਆਵਾਜ਼ ਤੇ ਸਾਨੂੰ ਵੋਟ ਪਾ ਸਕਦੇ ਆ। ਮੇਰਾ ਇੱਕ ਆਖਰੀ ਸਵਾਲ, ਸੰਦੀਪ ਜਾਖੜ ਦਾ ਜ਼ਿਕਰ ਹੋ ਰਿਹਾ ਕਿ ਜਾਖੜ ਸਾਹਿਬ ਅਬੋਹਰ ਵਾਲੇ ਵਿਧਾਇਕ ਸ਼ਾਇਦ ਕਰ ਗਏ ਹੁਣ ਇਸ ਵਾਲੇ ਪਾਸੇ ਵੋਟਿੰਗ ਜਾਂ ਫਿਰ ਆਪਣਾ ਵੋਟ ਹੱਕ ਇਸਤੇਮਾਲ ਕਰ ਗਏ ਹੁਣ, ਕੋਈ ਜਾਣਕਾਰੀ? ਤੁਸੀਂ ਖੁੱਲ ਕੇ ਬੋਲ ਨਹੀਂ ਰਹੇ। ਸੰਦੀਪ ਜਾਖੜ ਜੀ ਕਾਂਗਰਸ ਦੇ ਐਮਐਲਏ ਹੈ ਜੀ, ਬਿਲਕੁਲ। तो ये तो कांग्रेस की पड़चोल का विषय है कि कितना लोगों ने वोट पाई, ਉਹਦੇ ਬਾਰੇ ਮੈਂ ਤਾਂ ਕੋਈ ਟਿੱਪਣੀ ਨਹੀਂ ਕਰ ਸਕਦਾ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਲਾਜ਼ਮੀ ਤੌਰ ਤੇ ਕਿਉਂਕਿ ਸਿਰਫ ਅਸੀਂ ਇਹ ਕਿਆ ਸਰਾਈਆਂ ਨੇ ਕਿ ਉਹਨਾਂ ਨੇ ਵੋਟ ਪਾਈ ਹੋ ਸਕਦੀ ਹੈ ਜਾਂ ਉਹਨਾਂ ਦੀ ਵੋਟ ਬੀਜੇਪੀ ਵਾਲੇ ਪਾਸੇ ਗਈ ਹੋ ਸਕਦੀ ਹੈ, ਇਹ ਕਲੀਅਰ ਬਿਲਕੁਲ ਨਹੀਂ ਹੈ। ਚਾਹੇ ਅਸੀਂ ਸੰਦੀਪ ਜਾਖੜ ਦਾ ਜ਼ਿਕਰ ਕੀਤਾ ਜਾਂ ਰਾਣਾ ਇੰਦਰ ਪ੍ਰਤਾਪ ਦਾ ਜ਼ਿਕਰ ਕੀਤਾ, ਪਰ ਦਿਲਚਸਪ ਇਸ ਕਰਕੇ ਹੈ ਕਿਉਂਕਿ 8 ਵੋਟਾਂ ਮਿਲ ਗਈਆਂ ਦ੍ਰੋਪਦੀ ਮੁਰਮੂ ਨੂੰ। ਤਾਂ ਸਵਾਲ ਇਹੀ ਹੈ ਕਿ ਜੇ ਦ੍ਰੋਪਦੀ ਮੁਰਮੂ ਦੇ ਖਾਤੇ ਦੇ ਵਿੱਚ 8 ਵੋਟਾਂ ਪੰਜਾਬ ਤੋਂ ਚਲੀਆਂ ਗਈਆਂ ਤਾਂ ਫਿਰ 8 ਵੋਟਾਂ ਉਹਨਾਂ ਦੇ ਪਾਸੇ ਚਲੀਆਂ ਗਈਆਂ, ਉਹ 8 ਵੋਟਾਂ ਕਿਵੇਂ ਚਲੀਆਂ ਗਈਆਂ, ਇੱਕ ਵੱਡਾ ਸਵਾਲ ਹੈ। ਤਾਂ ਹੁਣ ਅਸੀਂ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਸਮਰਥਨ ਮਿਲਣਾ ਸੀ, ਕਿਉਂਕਿ ਪਾਰਟੀ ਦੇ ਜਿਹੜੇ ਸੁਪਰੀਮੋ ਹੁੰਦੇ ਨੇ ਉਹਨਾਂ ਦੇ ਵੱਲੋਂ ਇਹ ਆਦੇਸ਼ ਦਿੱਤੇ ਜਾਂਦੇ ਨੇ ਕਿ ਅਸੀਂ ਇਸ ਕੈਂਡੀਡੇਟ ਦਾ ਸਮਰਥਨ ਕਰ ਰਹੇ ਹਾਂ। ਤਾਂ ਉਹੀ ਸਮਰਥਨ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਉਹ ਸਮਰਥਨ ਨਹੀਂ ਦਿੱਤਾ ਗਿਆ ਵਿਧਾਇਕਾਂ ਦੇ ਵੱਲੋਂ, ਕਿ ਇੱਕ ਤਰੀਕੇ ਦੀ ਇਹ ਬਗਾਵਤ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 2 ਜਾਂ 3 ਵਿਧਾਇਕ ਨੇ ਉਹ ਬੀਜੇਪੀ ਵਾਲੇ ਪਾਸੇ ਜਾ ਸਕਦੇ ਨੇ। ਇਸ ਨੂੰ ਇਸ ਤਰੀਕੇ ਨਾਲ ਵੀ ਸਮਝਿਆ ਜਾਵੇ। ਮੈਂ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਕੁਝ ਹੋਰ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ, ਪੂਰਾ ਅੰਕੜਾ ਕਿਸ ਤਰੀਕੇ ਨਾਲ, ਆਖਿਰ ਕਿਉਂ ਇਹ ਦਿਲਚਸਪ ਹੋ ਜਾਂਦਾ ਹੈ ਜਦੋਂ ਵੋਟਾਂ ਦਾ ਜਿਹੜਾ ਅੰਕੜਾ ਉੱਪਰ ਨੀਚੇ ਹੁੰਦਾ ਹੈ। ਤਾਂ ਦ੍ਰੋਪਦੀ ਮੁਰਮੂ ਦਾ ਮੈਂ ਜ਼ਿਕਰ ਕਰ ਰਿਹਾ ਕਿ ਉਹਨਾਂ ਨੂੰ 8 ਵੋਟਾਂ ਇੱਥੇ ਹਾਸਲ ਹੋਈਆਂ ਨੇ, 8 ਵੋਟਾਂ ਉਹਨਾਂ ਨੂੰ ਹਾਸਲ ਹੋਈਆਂ। ਵੋਟਾਂ ਹਾਸਲ ਹੋਣੀਆਂ ਚਾਹੀਦੀਆਂ ਸੀ 5, ਕਿਉਂ, ਉਹ ਇੱਥੇ ਤੁਹਾਨੂੰ ਸਮਝਾਉਣਾ ਹੈ। ਦਰਅਸਲ ਇੱਥੇ ਸਮਰਥਨ ਕਿਸ ਦਾ ਸੀ? 2 ਬੀਜੇਪੀ ਦੇ ਜਿਹੜੇ ਵਿਧਾਇਕ ਨੇ, ਇੱਕ ਅਸ਼ਵਨੀ ਸ਼ਰਮਾ ਤੇ ਦੂਜੇ ਜੰਗੀ ਲਾਲ ਮਹਾਜਨ, 2 ਬੀਜੇਪੀ ਦੇ ਵਿਧਾਇਕ ਤੇ 3 ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਤੀਜਾ ਜਿਹੜਾ ਸਮਰਥਨ ਸੀ ਉਹ ਬੀਐਸਪੀ ਦਾ, ਕਿਉਂਕਿ ਦੋਵਾਂ ਦਾ ਗਠਜੋੜ ਹੈ, ਬੀਜੇਪੀ ਤੇ
ਮਾਫੀ ਚਾਹੂੰਗਾ ਬੀਐਸਪੀ ਤੇ ਅਕਾਲੀ ਦਲ ਦਾ। ਤਾਂ ਇਸ ਕਰਕੇ ਕਿਹਾ ਜਾ ਰਿਹਾ ਸੀ ਕਿ ਜਿਹੜੇ ਬੀਐਸਪੀ ਦੇ ਕੈਂਡੀਡੇਟ ਨੇ ਉਹ ਵੀ ਉਧਰ ਵੋਟ ਪਾਉਣਗੇ। ਯਾਨੀ ਟੋਟਲ ਜਿਹੜਾ ਸਮਰਥਨ ਸੀ 3 ਤੇ 2 5 ਤੇ 1 6 ਵੋਟਾਂ ਮਿਲਣੀਆਂ ਸੀ ਦ੍ਰੋਪਦੀ ਮੁਰਮੂ ਨੂੰ ਇਹ ਪੂਰੇ ਪੰਜਾਬ ਦੇ ਵਿੱਚੋਂ, ਕਿਉਂਕਿ ਉਹਨਾਂ ਦੀਆਂ ਸਮਰਥਿਤ ਪਾਰਟੀਆਂ ਦੇ ਕੋਲ ਵਿਧਾਇਕ ਸਿਰਫ ਇਹਨੇ ਨੇ। ਵੋਟ ਕੈਲਕੂਲੇਟ ਕਰਕੇ ਲੱਖਾਂ ਦੇ ਵਿੱਚ ਹੁੰਦੀ ਹੈ, ਪਰ ਡਾਇਰੈਕਟਲੀ ਜੇਕਰ ਮੈਂ ਕਹਾਂ ਕਿ ਕਿੰਨੇ ਵਿਧਾਇਕਾਂ ਨੇ ਵੋਟ ਕਰਨੀ ਹੈ ਤਾਂ ਉਸ ਵੋਟ ਦੇ ਹਿਸਾਬ ਦੇ ਨਾਲ 6 ਵੋਟਾਂ ਦ੍ਰੋਪਦੀ ਮੁਰਮੂ ਦੇ ਖਾਤੇ ਦੇ ਵਿੱਚ ਜਾਣੀਆਂ ਚਾਹੀਦੀਆਂ ਸੀ। ਉਸ ਦੇ ਵਿੱਚੋਂ ਇੱਕ ਸਿੱਧਾ ਤੁਸੀਂ ਘਟਾ ਦਿਓ, ਕਿਉਂਕਿ ਮਨਪ੍ਰੀਤ ਇਆਲੀ ਨੇ ਵੋਟ ਹੱਕ ਦਾ ਇਸਤੇਮਾਲ ਨਹੀਂ ਕੀਤਾ। ਉਹਨਾਂ ਨੇ ਆਪਣੀ ਪਾਰਟੀ ਦੇ ਉੱਤੇ ਸਵਾਲ ਚੁੱਕ ਦਿੱਤੇ ਸੀ। ਤਾਂ ਟੋਟਲ 6 ਦੇ ਵਿੱਚੋਂ ਇੱਕ ਵੋਟ ਘਟਾ ਲਓ ਮਨਪ੍ਰੀਤ ਇਆਲੀ ਦੀ, ਜਿਨ੍ਹਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਨਹੀਂ ਕੀਤਾ। ਯਾਨੀ 5 ਵੋਟਾਂ ਮਿਲਣੀਆਂ ਚਾਹੀਦੀਆਂ ਸੀ, 5 ਵੋਟਾਂ ਦ੍ਰੋਪਦੀ ਮੁਰਮੂ ਨੂੰ ਮਿਲਣੀਆਂ ਚਾਹੀਦੀਆਂ ਸੀ, ਪਰ ਵੋਟਾਂ ਮਿਲੀਆਂ ਨੇ 8। ਤਾਂ ਇਹ ਬਾਕੀ ਦੇ 3 ਕੌਣ ਨੇ ਕਿ ਰਾਣਾ ਇੰਦਰ ਪ੍ਰਤਾਪ, ਸੰਦੀਪ ਜਾਖੜ ਜਾਂ ਫਿਰ ਕੋਈ ਹੋਰ ਹੈ, ਜਾਂ ਫਿਰ ਇਹ ਦੋਵੇਂ ਨਾਮਨੀ ਨੇ ਇਹ ਨੇ, ਜਾਂ 3 ਹੋਰ ਕੋਈ ਕਾਂਗਰਸੀ ਆਮ ਆਦਮੀ ਪਾਰਟੀ ਦੇ ਨੇ। ਇੱਥੇ ਇਹ ਵੀ ਤਕਰੀਬਨ ਕਲੀਅਰ ਹੈ ਕਿ ਜਿਹੜੇ ਬਾਕੀ ਦੇ ਨੇ 3 ਇਹ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਹੋਣਗੇ। ਇੱਕ ਦਿਲਚਸਪ ਹੋਰ ਗੱਲ ਇਹ ਵੀ ਹੈ ਕਿ 2 ਜਿਹੜੇ ਲਾਡੀ ਸ਼ੇਰੋਵਾਲੀਆ ਤੇ ਦੂਜੇ ਪਾਸੇ ਰਾਜਕੁਮਾਰ ਚੱਬੇਵਾਲ, ਉਹਨਾਂ ਦੇ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਨਹੀਂ ਕੀਤਾ ਗਿਆ। 5 ਵੋਟਾਂ ਇਨਵੈਲਿਡ ਵੀ ਸੀ, ਯਾਨੀ ਕਿ ਅਵੈਧ ਕਰਾਰ ਦਿੱਤੀਆਂ ਗਈਆਂ। ਤਾਂ ਉਹ ਵੋਟਾਂ ਕਿਹੜੇ ਪਾਸੇ ਜਾ ਸਕਦੀਆਂ ਸੀ, ਉਹ ਵੀ ਸਵਾਲ ਹੈ। ਖੈਰ ਉਸ ਨੂੰ ਛੱਡ ਵੀ ਦਵੋ, ਤਾਂ ਵੀ 3 ਵੋਟਾਂ ਇਸ ਸਮੇਂ ਦਿਖ ਰਹੀਆਂ ਨੇ ਕਿ ਜੋ ਦ੍ਰੋਪਦੀ ਮੁਰਮੂ ਦੇ ਕੋਲ ਚਲੀਆਂ ਗਈਆਂ। ਬਰਿੰਦਰ ਢਿੱਲੋਂ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ, ਪੰਜਾਬ ਕਾਂਗਰਸ ਦੇ ਵੱਡੇ ਲੀਡਰ ਨੇ, ਯੂਥ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਢਿੱਲੋਂ ਸਾਹਿਬ ਸਵਾਗਤ ਹੈ। ਰਾਸ਼ਟਰਪਤੀ ਚੋਣਾਂ ਹੋਈਆਂ ਪੰਜਾਬ ਦੇ ਵਿੱਚ ਤਾਂ ਅੰਕੜਾ ਤਕਰੀਬਨ ਪਹਿਲਾਂ ਹੀ ਕਲੀਅਰ ਸੀ, ਪਰ ਦਿਲਚਸਪ ਇਹ ਹੈ ਕਿ ਦ੍ਰੋਪਦੀ ਮੁਰਮੂ ਦੇ ਖਾਤੇ ਦੇ ਵਿੱਚ 3 ਵੋਟਾਂ ਜ਼ਿਆਦਾ ਚਲੀਆਂ ਗਈਆਂ। ਉਹ ਜਾਂ ਤਾਂ ਹੁਣ ਤੁਹਾਡੇ ਵਾਲੇ ਪਾਸੇ ਤੋਂ ਗਈ ਹੈ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਪਾਸੇ ਤੋਂ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਸਾਰਿਆਂ ਨੂੰ ਜਾਖੜ ਆਪਣਾ ਜਿਹੜੇ ਜਾਖੜ ਸਾਹਿਬ ਹੈਗੇ ਆ, ਉਹਨਾਂ ਦੇ ਭਤੀਜੇ ਜਿਹੜੇ ਆ, ਉਹਨਾਂ ਤੇ ਤਾਂ ਸਾਰਿਆਂ ਨੂੰ ਲੱਗਦਾ ਹੀ ਆ ਵੀ ਉਹਨਾਂ ਨੇ ਸ਼ਾਇਦ ਵੋਟ ਉੱਤੇ ਪਾ ਦਿੱਤੀ ਗਈ ਆ ਜੀ, ਕਿਉਂਕਿ ਉਹਨਾਂ ਦੇ ਆਲਰੇਡੀ ਜਿਹੜੇ ਤਾਲੁਕਾਤ ਆ ਉੱਧਰ ਹੀ ਆ, ਔਰ ਉਹ ਜਿਹੜੀ ਉਹ ਮੈਂਬਰਸ਼ਿਪ ਸਿਰਫ ਇੱਕ ਜ਼ਰੂਰ ਆਪਣੀ ਪਛਾਣ ਕਰਕੇ ਦੂਰ ਇੱਧਰ ਬੈਠਦੇ ਆ, ਲੇਕਿਨ ਸਹੀ ਮੈਨੇ ਚ ਉੱਧਰ ਨੂੰ ਹੀ, ਉਸ ਪਾਸੇ ਨੂੰ ਹੀ ਉਹਨਾਂ ਨੇ ਰੁੱਖ ਕੀਤਾ ਹੋਇਆ। ਸੋ ਇੱਕ ਵੋਟ ਤਾਂ ਉਹਨਾਂ ਦੀ ਸਾਰਿਆਂ ਨੂੰ ਸਮਝ ਆਉਂਦੀ ਆ। ਬਾਕੀ ਆ ਆਮ ਆਦਮੀ ਪਾਰਟੀ ਵਾਲਿਆਂ ਤੋਂ ਪੁੱਛੋ, ਕਿਉਂਕਿ ਸਾਡੇ ਤਾਂ ਬਿਲਕੁਲ ਇਸ ਗੱਲ ਦੇ ਉੱਤੇ ਕਲੈਰਿਟੀ ਆ, ਕੋਈ ਇਹਦੇ ਵਿੱਚ ਗੱਲ ਫਰਾਈਵ ਨਹੀਂ ਆ। ਔਰ ਬੀਜੇਪੀ ਦੀ ਹਮੇਸ਼ਾ ਇਹੀ ਵੇਖਿਆ, ਤੁਸੀਂ ਵੇਖੋ ਬੀਜੇਪੀ ਨੂੰ ਇਹ ਤਰੀਕੇ ਆਉਂਦੇ ਵੀ ਬਹੁਤ ਚੰਗੀ ਤਰ੍ਹਾਂ ਵਾ। ਉਹਨਾਂ ਨੇ ਆਲਰੇਡੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਗੁਫ਼ਤਗੂ ਸ਼ੁਰੂ ਕਰ ਦਿੱਤੀ ਆ, ਸਰਕਾਰਾਂ ਨੂੰ ਡੀਸਟੇਬਲਾਈਜ਼ ਕਰਨਾ ਉਹਨਾਂ ਨੂੰ ਆਉਂਦਾ ਹੀ ਆ। ਸੋ ਇਹ ਉਹਦੀ ਸ਼ੁਰੂਆਤ ਆ ਇੱਕ ਤਰ੍ਹਾਂ ਤੋਂ। ਔਰ ਤੁਸੀਂ ਆਉਣ ਵਾਲੇ ਸਮੇਂ 'ਚ ਜਿਹੋ ਜਿਹੇ ਇਹਨਾਂ ਦੇ ਹਾਲਾਤ ਆ, ਤੁਸੀਂ ਵੇਖ ਸਕਦੇ ਹੋ ਕਿਸੇ ਵੀ ਟਾਈਮ ਆਮ ਆਦਮੀ ਪਾਰਟੀ ਵਾਲਿਆਂ ਦੇ ਵੱਡਾ ਵਫਦ ਕੀ ਪਤਾ ਬੀਜੇਪੀ ਵਿੱਚ ਸ਼ਾਮਲ ਹੋਇਆ ਹੋਵੇ ਤੇ ਕਿਸੇ ਵੀ ਟਾਈਮ, ਕਿਉਂਕਿ ਇਹ ਤਾਂ ਮਹਾਰਾਸ਼ਟਰ ਲੈ ਲਓ, ਕਰਨਾਟਕਾ ਲੈ ਲਓ, ਮੱਧ ਪ੍ਰਦੇਸ਼ ਲੈ ਲਓ, ਹਰ ਜਗ੍ਹਾ ਇਹਨਾਂ ਨੇ ਕੀਤਾ ਹੀ ਹੈ। ਢਿੱਲੋਂ ਸਾਹਿਬ, ਤੁਸੀਂ ਸੰਦੀਪ ਜਾਖੜ ਦਾ ਜ਼ਿਕਰ ਕਰ ਦਿੱਤਾ, ਪਰ ਦੂਜੇ ਪਾਸੇ ਇੱਕ ਹੋਰ ਨਾਮ ਚਰਚਾ ਦੇ ਵਿੱਚ ਹੈ ਜੋ ਇੰਡੀਪੈਂਡੈਂਟ ਸੀ। ਬੇਸ਼ੱਕ ਉਹ ਤੁਹਾਡੀ ਪਾਰਟੀ ਦੇ ਨਾਲ ਇਨਡਾਇਰੈਕਟਲੀ ਜੁੜੇ ਹੋਏ ਨੇ, ਰਾਣਾ ਇੰਦਰ ਪ੍ਰਤਾਪ, ਕਿ ਉਹਨਾਂ ਦੀ ਵੋਟ ਪੱਕਾ ਚਲੀ ਗਈ ਕਾਂਗਰਸ ਜਿਸ ਪਾਸੇ ਕਹਿ ਰਹੀ ਸੀ, ਜਾਂ ਉਹਨਾਂ ਦੇ ਉੱਤੇ ਵੀ ਇੱਕੋ ਹੀ ਕੁਐਸਚਨ ਮਾਰਕ ਹੈ, ਕਿਉਂਕਿ ਇੰਡੀਪੈਂਡੈਂਟ ਤਾਂ ਹੈ ਉਹ, ਆਪਾਂ ਨੂੰ ਵੀ ਪਤਾ। ਬਿਲਕੁਲ ਇੰਡੀਪੈਂਡੈਂਟ ਹੈਗਾ, ਲੇਕਿਨ ਰਾਣਾ ਇੰਦਰ ਪ੍ਰਤਾਪ ਕੋਲ ਆਪਣਾ ਹੱਕ ਹੈਗਾ, ਉਹ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ ਆ, ਔਰ ਉਹਨਾਂ ਦਾ ਸਾਡੇ ਤੇ ਕੋਈ ਹੱਕ ਨਹੀਂ ਬਣਦਾ। ਦੇਖੋ, ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਉਹ ਅਗਰ ਪਾ ਵੀ ਦਿੱਤੀ ਹੋਊਗੀ ਤੇ ਇਹਦਾ ਇਹ ਮਤਲਬ ਨਹੀਂ ਆ ਵੀ ਉਹ ਬੀਜੇਪੀ ਜਾਣਾ ਚਾਹੁੰਦੇ ਆ, ਕਿਉਂਕਿ ਕਾਂਗਰਸ ਪਾਰਟੀ ਨੇ ਸ਼ਾਇਦ ਅਪਰੋਚ ਵੀ ਨਹੀਂ ਕੀਤਾ ਉਹਨਾਂ ਨੂੰ, ਨਾ ਤਾਂ ਰਾਣਾ ਗੁਰਜੀਤ ਜੀ ਨੂੰ ਕਿਹਾ ਤੇ ਨਾ ਉਹਨਾਂ ਤੱਕ ਅਪਰੋਚ ਕੀਤੀ ਸੀ। ਸੋ ਇਹ ਜਿਹੜੀ ਗੱਲ ਆ, ਇਹਦੇ ਵਿੱਚ ਜ਼ਰੂਰ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਇਹਦੇ ਬਾਰੇ ਕੱਲ੍ਹ ਕਹਿਣਾ। ਲੇਕਿਨ ਇੱਕ ਹੋਰ ਬੜੀ ਵੱਡੀ ਵੋਟ ਹੈ ਜਿਹੜੀ ਤੁਹਾਨੂੰ ਚਰਚਾ ਕਰਨੀ ਚਾਹੀਦੀ ਹੈ। ਸਿਮਰਜੀਤ ਮਾਨ ਦੀ ਅੱਜ ਤੱਕ ਵੋਟ ਸਾਡੇ, ਚਲੋ ਐਮਐਲਏ ਦੀ ਤੁਸੀਂ ਗੱਲ ਕਰ ਰਹੇ ਹੋ, ਬਟ ਬਤੌਰ ਐਮਪੀ ਸਿਮਰਜੀਤ ਮਾਨ ਦੀ ਹਾਲੇ ਤੱਕ ਵੋਟ ਦਾ ਨਹੀਂ ਪਤਾ ਉਹਨਾਂ ਨੇ ਕਿੱਧਰ ਪਾਈ ਆ। ਉਹਨਾਂ ਨੇ ਕਾਂਗਰਸ ਨੂੰ ਪਾਈ ਆ, ਕਾਂਗਰਸ ਦੇ ਨੋਮੀਨੀ ਨੂੰ ਪਾਈ ਆ, ਜਾਂ ਉਹਨਾਂ ਨੇ ਬੀਜੇਪੀ ਦੇ ਖਾਮੇ 'ਚ ਪਾਤੀ ਆ। ਉਹ ਵੋਟ ਦੀ ਵੀ ਜ਼ਰੂਰ ਚਰਚਾ ਕਰੋ। ਉਹ ਵੋਟ ਦਾ ਬੜਾ ਅਹਿਮ ਮਾਇਨੇ ਆ ਉਹਨਾਂ ਦੀ ਵੋਟ ਦੇ। ਇਹ ਤਾਂ ਚਲੋ ਕਿਸੇ ਨੇ ਕ੍ਰਾਸ, ਜਿਸ ਦਿਨ ਉਹਨਾਂ ਨੇ ਵੋਟ ਪਾਈ ਉਸੇ ਦਿਨ ਸ਼ਾਮ ਨੂੰ ਆਪਾਂ ਡਿਬੇਟ ਕੀਤੀ ਹੈ ਉਸ ਦੇ ਉੱਤੇ, ਤਾਂ ਉਹਨਾਂ ਦੇ ਨੁਮਾਇੰਦੇ ਵੀ ਇਹ ਕਹਿ ਰਹੇ ਸੀ ਕਿ ਅਸੀਂ ਜਲਦੀ ਸਿਮਰਨਜੀਤ ਸਿੰਘ ਮਾਨ ਖੁਦ ਆ ਕੇ ਸਾਹਮਣੇ ਬੋਲਣਗੇ ਕਿ ਕਿਸ ਨੂੰ ਵੋਟ ਪਾਈ ਹੈ। ਖੈਰ ਉਹ ਦਿਲਚਸਪ ਹੈ, ਪਰ ਇੱਥੇ ਪੰਜਾਬ ਦੇ ਵਿੱਚ ਢਿੱਲੋਂ ਸਾਹਿਬ ਇਸ ਕਰਕੇ ਬਹੁਤ ਅਹਿਮ ਹੋ ਜਾਂਦਾ ਹੈ ਕਿਉਂਕਿ ਤੁਹਾਡੀ ਪਾਰਟੀ ਦੇ ਕੁਝ ਲੀਡਰ ਬੀਜੇਪੀ ਵਾਲੇ ਪਾਸੇ ਚਲੇ ਗਏ, ਜਿਹੜੇ ਸਾਬਕਾ ਮੰਤਰੀ ਸੀ, ਵਿਧਾਇਕ ਸੀ। ਤਾਂ ਹੁਣ ਇੱਕ ਵਾਰੀ ਫਿਰ ਤੋਂ ਇਹ ਕਿਤੇ ਨਾ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਕਿਆਸ ਲੱਗ ਰਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਜੂਦਾ ਐਮਐਲਏ ਹੁਣ ਉਹ ਤੁਹਾਡੀ ਪਾਰਟੀ ਦੇ ਹੋਣ ਜਾਂ ਫਿਰ ਆਮ ਆਦਮੀ ਪਾਰਟੀ ਦੇ ਹੋਣ, ਉਹ ਦੂਜੇ ਪਾਸੇ ਜਾ ਸਕਦੇ ਨੇ ਜੇਕਰ ਉਹ ਡਾਇਰੈਕਟਲੀ ਵੋਟ ਹੀ ਕਰਕੇ ਚਲੇ ਗਏ। ਦੇਖੋ, ਕਿਸੇ ਬਾਰੇ ਮੈਂ ਤਾਂ ਕੀ ਟਿੱਪਣੀ ਕਰਾਂ ਕਿਸੇ ਐਮਐਲਏ ਬਾਰੇ ਜਾਂ ਕਿਸੇ ਲੀਡਰ ਬਾਰੇ, ਲੇਕਿਨ ਪਾਰਟੀ ਦੇ ਵੱਲੋਂ ਬਿਲਕੁਲ ਕਲੀਅਰ ਸਟੈਂਡ ਆ, ਜਿਹੜਾ ਕੋਈ ਜਾਣਾ ਚਾਹੁੰਦਾ ਜੀ ਸਦਕੇ ਜਾਵੇ, ਕੋਈ ਚੱਕਰ ਨਹੀਂ ਹੈਗਾ। ਆਪੋਜੀਸ਼ਨ ਤਾਂ ਇਸ ਤੋਂ ਬਾਅਦ ਅਸੀਂ ਆਪੋਜੀਸ਼ਨ ਤੋਂ ਥੱਲੇ ਥੋੜਾ ਆ ਜਾਾਂਗੇ, ਆਪੋਜੀਸ਼ਨ 'ਚ ਹੀ ਰਵਾਂਗੇ। ਇਹ ਤਾਂ ਹੈ ਨਹੀਂ ਵੀ ਆਪਣਾ ਕਹਿੰਦੇ ਕੋਈ ਆਪੋਜੀਸ਼ਨ ਦੇ ਨਾਲ ਵੀ ਕੋਈ ਜ਼ਿਆਦਾ ਫਰਕ ਪੈ ਜਾਊਗਾ, ਉਹਦੇ ਨਾਲ ਆਪੋਜੀਸ਼ਨ 'ਚ ਹੀ ਰਵਾਂਗੇ, ਸਰਕਾਰ ਸ਼ਾਂਤ ਹੋ ਰਹੀ। ਸੋ ਇਹਦੇ ਬਾਰੇ ਪਾਰਟੀ ਇੰਟਰਨਲ ਡਿਸਕਸ਼ਨ 'ਚ ਵੀ ਔਰ ਓਪਨਲੀ ਵੀ ਬਾਰ-ਬਾਰ ਇਸ ਗੱਲ ਤੇ ਬਿਲਕੁਲ ਕਲੈਰਿਟੀ ਆ
ਜਿਹੜਾ ਛੱਡ ਕੇ ਜਾਣਾ ਚਾਹੁੰਦਾ ਵਾ ਉਹ ਜਾ ਸਕਦਾ ਵਾ, ਕੋਈ ਰੋਕ ਟੋਕ ਨਹੀਂ। ਅਸੀਂ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ। ਉਹਦਾ ਕਾਰਨ ਇਹ ਆ ਵੀ ਅੱਜ ਜਿਹੜੇ ਬੰਦੇ ਕਮਜ਼ੋਰ ਪੈ ਰਹੇ ਆ, ਜਿਹੜੇ ਇਸ ਮਾੜੇ ਟਾਈਮ ਦੇ ਵਿੱਚ ਪਾਰਟੀ ਦਾ ਸਾਥ ਨਹੀਂ ਦੇ ਰਹੇ, ਉਹਨਾਂ ਨੂੰ ਫਿਰ ਅਗਰ ਕੱਲ ਨੂੰ ਚੰਗਾ ਟਾਈਮ ਆਊਗਾ ਇਹੋ ਜਿਹੇ ਬੰਦੇ ਨੂੰ ਰੱਖ ਕੇ ਕਰਨਾ ਕੀ ਆ। ਸੋ ਇਸ ਚੀਜ਼ ਤੋਂ ਨਾ ਸਾਨੂੰ ਕੋਈ ਘਬਰਾਹਟ ਆ, ਨਾ ਸਾਨੂੰ ਕੋਈ ਸ਼ੰਕਾ ਵਾ, ਨਾ ਸਾਨੂੰ ਕੋਈ ਆਪਣਾ ਇਸ ਮਸਲੇ ਦੇ ਉੱਤੇ ਪਾਰਟੀ ਦੀ ਜਿਹੜੀ ਇੰਟਰਨਲ ਕਹਿ ਲਓ, ਬਾਹਰ ਕਹਿ ਲਓ, ਪ੍ਰਧਾਨ ਜੀ ਕਹਿ ਲਓ, ਜਿਹੜੇ ਰਾਜਾ ਵੜਿੰਗ ਜੀ ਆ, ਪ੍ਰਤਾਪ ਬਾਜਵਾ ਜੀ, ਉਹਨਾਂ ਨੇ ਬਿਲਕੁਲ ਕਲੀਅਰ ਕੀਤਾ। ਔਰ ਜਿਹੜੇ ਬੰਦੇ ਪਾਰਟੀ ਨੂੰ ਅੰਦਰੋਂ ਖਰਾਬ ਵੀ ਕਰਦੇ, ਆਪਣੇ ਵੱਖਰੇ ਵੱਖਰੇ ਏਜੰਡੇ ਚਲਾਉਂਦੇ ਆ, ਉਹਨਾਂ ਬਾਰੇ ਵੀ ਕਲੈਰਿਟੀ ਆ ਵੀ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਰਸਤਾ ਖੁਦ ਵਿਖਾ ਦੂਗੀ ਪਾਰਟੀ ਵੀ ਤੁਸੀਂ ਪਾਰਟੀ ਦਾ ਜਿਹੜਾ ਅਕਸ ਉਹ ਖਰਾਬ ਕਰਦੇ ਹੋ। ਕਿਉਂਕਿ ਅੱਜ ਵੇਖੋ, ਅੱਜ ਸੁਨੀਲ ਜਾਖੜ ਔਰ ਕੈਪਟਨ ਅਮਰਿੰਦਰ ਸਿੰਘ ਦੋਨੋਂ ਹੀ ਪਾਰਟੀ ਨੂੰ ਲੀਡ ਕੀਤਾ 10 ਸਾਲਾਂ ਤੋਂ, ਦੋਨਾਂ ਪਾਰਟੀਆਂ ਦੇ ਅਹਿਮ ਅਹੁਦਿਆਂ ਤੇ ਅੱਜ ਦੋਵੇਂ ਹੈ ਨਹੀਂ। ਤਾਂ ਫਿਰ ਇਹਨਾਂ ਤੋਂ ਵੱਡੇ ਲੀਡਰ ਤਾਂ ਕੋਈ ਵੀ ਨਹੀਂ ਸੀ ਸਾਡੇ। ਜਦੋਂ ਇਹ ਚਲੇ ਜਾਣਗੇ ਤੇ ਇਹਨਾਂ ਦੇ ਥੱਲੇ ਜਿਹੜਾ ਮਰਜ਼ੀ ਚੱਲ ਜਾਏ, ਕੋਈ ਜ਼ਿਆਦਾ ਲੰਬਾ ਚੌੜਾ ਫਰਕ ਨਹੀਂ। ਵਰਕਰਾਂ ਦੇ ਨਾਲ ਦੁਬਾਰਾ ਪਾਰਟੀ ਖੜੀ ਕਰਨੀ ਆ, ਬਿਲਕੁਲ ਕਲੀਅਰ ਏਜੰਡਾ ਵਾ। ਔਰ ਅਗਰ ਲੀਡਰਾਂ ਦੇ ਨਾਲ ਜਾਣ ਨਾਲ ਪਾਰਟੀ ਖਤਮ ਹੋ ਜਾਂਦੀ ਤੇ ਫਿਰ ਤਾਂ ਆਪਾਂ ਇਸ ਚਰਚਾ ਦਾ ਕੋਈ ਮਾਇਨੇ ਨਹੀਂ ਰਹਿ ਜਾਂਦੇ। ਇਹ ਲੀਡਰਾਂ ਨੇ ਸਰਕਾਰਾਂ ਭੋਗੀਆਂ, ਅੱਜ ਜਦੋਂ ਆਪੋਜੀਸ਼ਨ ਦਾ ਟਾਈਮ ਆਇਆ ਤੇ ਅੱਜ ਆਪੋਜੀਸ਼ਨ ਵੀ ਭੋਗਣੀ ਚਾਹੀਦੀ। ਜਿਹੜਾ ਜਾਣਾ ਚਾਹੁੰਦਾ ਉਹਨਾਂ ਨੂੰ ਪਾਰਟੀ ਬਿਲਕੁਲ ਰੋਕਣ। ਚਲੋ ਮੈਂ ਇੱਕ ਹੋਰ ਸਵਾਲ ਤੁਹਾਨੂੰ ਪੁੱਛ ਰਿਹਾ, ਕਿਉਂਕਿ ਬੀਜੇਪੀ ਦੇ ਆਗੂਆਂ ਨਾਲ ਕੁਝ ਸਮਾਂ ਪਹਿਲਾਂ, ਕੁਝ ਮਿੰਟ ਪਹਿਲਾਂ ਮੇਰੀ ਗੱਲਬਾਤ ਹੋਈ ਸੀ। ਉਹ ਕਹਿੰਦੇ ਅੰਤਰਾਤਮਾ ਦੀ ਆਵਾਜ਼ ਸੁਣੀ ਆ। ਹੁਣ ਚਾਹੇ ਆਮ ਆਦਮੀ ਪਾਰਟੀ ਦੇ ਨੇ ਸੁਣੀ ਵਿਧਾਇਕਾਂ ਨੇ ਜਾਂ ਫਿਰ ਕਾਂਗਰਸ ਦੇ ਕਿਸੇ ਵਿਧਾਇਕ ਨੇ, ਕਹਿੰਦੇ ਅੰਤਰਾਤਮਾ ਦੀ ਆਵਾਜ਼ ਸੁਣ ਕੇ ਦ੍ਰੋਪਦੀ ਮੁਰਮੂ ਨੂੰ ਵੋਟ ਕੀਤੀ ਹੈ। ਇਹਨੂੰ ਇਹ ਅੰਤਰਾਤਮਾ ਦੱਸਦੇ ਆ। ਜਿਹੜੀ ਈਡੀ ਤੇ ਸੀਬੀਆਈ ਆ, ਉਹ ਇਹਨਾਂ ਦੀ ਅੰਤਰਾਤਮਾਵਾਂ ਵਾ। ਜਿਹੜੀਆਂ ਇਹਨਾਂ ਕੋਲ ਏਜੰਸੀਆਂ ਵਾ, ਉਹ ਇਹਨਾਂ ਦੀ ਉਹਨਾਂ ਦੀ ਇਹ ਆਵਾਜ਼ ਸੁਣਦੇ ਆ। ਇਹ ਵੀ ਡਰਦੇ ਮਾਰੇ ਇਸੇ ਕਰਕੇ ਸਾਰੇ ਬੋਲਦੇ ਨਹੀਂ। ਸੋ ਇਹ ਡਰ ਦੀ ਆਵਾਜ਼ ਆ ਇਹਨਾਂ ਦੀ। ਇਹ ਜਿਹੜੀ ਏਜੰਸੀਆਂ, ਭਾਵੇਂ ਈਡੀ ਹੋ ਗਈ, ਸੀਬੀਆਈ ਹੋ ਗਈ, ਜਿਹੜੀਆਂ ਹੋਰ ਇਹਨਾਂ ਕੋਲ ਜਿਹੜੀਆਂ ਸਰਕਾਰ ਦੀਆਂ ਤਾਕਤਾਂ ਵਾ, ਉਸ ਚੀਜ਼ ਨੂੰ ਅੰਤਰਾਤਮਾ ਦਾ ਰੂਪ ਦੇਣਾ, ਉਸ ਚੀਜ਼ ਨੂੰ ਅੰਤਰਾਤਮਾ ਦਾ ਨਾਮ ਦੇਣਾ, ਸ਼ਾਇਦ ਇਹਨਾਂ ਦੀ ਅੱਜ ਕੱਲ੍ਹ ਇਹ ਸੋਚ ਬਣ ਚੁੱਕੀ ਆ। ਅੰਤਰਾਤਮਾ ਦੇ ਹਿਸਾਬ ਨਾਲ ਤਾਂ ਪੰਜਾਬ 'ਚ ਵੈਸੇ ਵੋਟ ਨਾ ਪਵੇ ਬੀਜੇਪੀ ਨੂੰ। ਕੁਝ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੇ ਵੋਟ ਪਾ ਦਿੱਤੀ ਡਰ ਦੀ ਵਜ੍ਹਾ ਨਾਲ ਪਾ ਦਿੱਤੀ। ਬਿਲਕੁਲ, ਜਾਂ ਤਾਂ ਡਰਦੀ ਔਰ ਲਾਲਚ, ਡਰ ਔਰ ਲਾਲਚ, ਆ ਦੋ ਹੀ ਚੀਜ਼ਾਂ ਕਰਕੇ ਬੰਦੇ ਇਹਨਾਂ ਵੱਲ ਜਾ ਰਹੇ ਆ। ਨਹੀਂ ਤਾਂ ਪੰਜਾਬ ਵਿੱਚ ਇਹਨਾਂ ਦਾ ਕੋਈ ਆਧਾਰ ਨਹੀਂ ਆ ਬੀਜੇਪੀ ਦਾ, ਔਰ ਨਾ ਹੀ ਕੋਈ ਆਉਣ ਵਾਲੇ ਸਮੇਂ 'ਚ ਆਧਾਰ ਵਿਖੂਗਾ ਤੁਹਾਨੂੰ। ਇਹ ਪੰਜਾਬ ਦੇ ਵਿੱਚ ਇਹਨਾਂ ਦਾ ਕੋਈ ਆਧਾਰ ਨਹੀਂ ਬਣ ਸਕਦਾ, ਕਿਉਂਕਿ ਇਹ ਜਿਸ ਏਜੰਡੇ ਦੇ ਉੱਤੇ ਰਾਜਨੀਤੀ ਕਰਦੇ ਆ, ਪੰਜਾਬ ਉਸ ਏਜੰਡੇ ਤੋਂ ਨਫ਼ਰਤ ਕਰਦਾ ਵਾ, ਔਰ ਉਸ ਏਜੰਡੇ ਨੂੰ ਕਦੀ ਪੰਜਾਬ ਕਾਮਯਾਬ ਨਹੀਂ ਹੋਣ ਦਊਗਾ। ਠੀਕ ਹੈ ਵਰਿੰਦਰ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇਹ ਪੰਜਾਬ ਦੀ ਸਿਆਸਤ ਦੀ ਦਿਲਚਸਪ ਖਬਰ ਹੈ। ਇੱਕ ਖਬਰ ਦਿਲਚਸਪ ਇਸ ਕਰਕੇ ਵੀ ਹੈ ਕਿਉਂਕਿ ਇਹ ਇਸ਼ਾਰਾ ਕਰ ਰਹੀ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਵੇਂ ਸਮੀਕਰਨ ਨਜ਼ਰ ਆ ਸਕਦੇ ਨੇ। ਬੇਸ਼ੱਕ ਨੰਬਰ 2 ਨੇ ਜਾਂ ਨੰਬਰ 3 ਨੇ, ਯਾਨੀ ਕਿ ਜਿਹੜੀਆਂ 5 ਵੋਟਾਂ ਮਿਲਣੀਆਂ ਚਾਹੀਦੀਆਂ ਸੀ ਉਹ 8 ਵੋਟਾਂ ਨੇ ਬੇਸ਼ੱਕ, ਪਰ ਬਾਵਜੂਦ ਇਸ ਦੇ ਇਹ ਸਵਾਲ ਜ਼ਰੂਰ ਉੱਠ ਰਿਹਾ ਕਿ ਆਖਿਰ ਕ੍ਰਾਸ ਵੋਟਿੰਗ ਦੀ ਜ਼ਰੂਰਤ ਕਿਉਂ ਪੈ ਗਈ, ਕਿਉਂ ਕਰ ਦਿੱਤੀ ਗਈ ਔਰ ਕਿਸ ਦੇ ਵੱਲੋਂ ਕਰ ਦਿੱਤੀ। ਤਾਂ ਇਹ ਵੱਡਾ ਸਵਾਲ ਜ਼ਰੂਰ ਹੈ ਕਿ ਆਖਿਰ ਇਹ ਵੋਟਾਂ 3 ਕਿਸ ਵਾਲੇ ਪਾਸੇ ਔਰ ਕਿਉਂ ਚਲੀਆਂ ਗਈਆਂ। ਦ੍ਰੋਪਦੀ ਮੁਰਮੂ ਨੂੰ 8 ਵੋਟਾਂ ਕਿਵੇਂ ਮਿਲ ਗਈਆਂ। ਖੈਰ ਇਹ ਸਿਰਫ ਪੰਜਾਬ ਤੱਕ ਦੀ ਕਹਾਣੀ ਸੀਮਿਤ ਨਹੀਂ, ਬਲਕਿ ਦੇਸ਼ ਦੇ ਹੋਰ ਵੀ ਕੁਝ ਥਾਵਾਂ ਦੇ ਉੱਤੇ ਕ੍ਰਾਸ ਵੋਟਿੰਗ ਦੀਆਂ ਖਬਰਾਂ ਸਾਹਮਣੇ ਆਈਆਂ ਜੋ ਦ੍ਰੋਪਦੀ ਮੁਰਮੂ ਦੇ ਹੱਕ ਦੇ ਵਿੱਚ ਪੈ ਗਈਆਂ। ਪੁਆਇੰਟ ਇਹ ਵੀ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਦ੍ਰੋਪਦੀ ਮੁਰਮੂ ਦੇ ਕੋਲ ਪਹਿਲਾਂ ਤੋਂ ਹੀ ਇਹ ਕਿਹਾ ਜਾ ਰਿਹਾ ਸੀ ਕਿ ਨੰਬਰ ਪੂਰੇ ਨੇ, ਕਿਉਂਕਿ ਕਈ ਸੂਬਿਆਂ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ ਤਾਂ ਉੱਥੇ ਜਿਹੜੇ ਬੀਜੇਪੀ ਦੇ ਵਿਧਾਇਕ ਨੇ ਉਹ ਦ੍ਰੋਪਦੀ ਮੁਰਮੂ ਦੇ ਹੱਕ ਦੇ ਵਿੱਚ ਵੋਟਾਂ ਕਰਨਗੇ। ਤੇ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਸਮਰਥਿਤ ਉਮੀਦਵਾਰ ਸੀ ਉਹਨਾਂ ਦੇ ਕੋਲ ਨੰਬਰ ਪਹਿਲੇ ਦਿਨ ਤੋਂ ਹੀ ਘੱਟ ਸੀ ਤੇ ਪਹਿਲਾਂ ਹੀ ਕਿਆਸ ਲੱਗ ਰਹੇ ਸੀ ਕਿ ਜਿਹੜੀ ਦ੍ਰੋਪਦੀ ਮੁਰਮੂ ਦੀ ਜਿੱਤ ਹੈ ਔਰ ਨਤੀਜੇ ਵੀ ਕੁਝ ਉਸ ਤਰੀਕੇ ਦੇ ਹੀ ਸਾਹਮਣੇ ਆਏ ਕਿ ਅੰਕੜਿਆਂ ਦੇ ਬਾਵਜੂਦ ਵੀ ਕੁਝ ਵਿਧਾਇਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਇੱਕ ਵੱਡਾ ਸਵਾਲ ਹੈ। ਰੁਕ ਕਰਦੇ ਸਾਡੇ ਨਾਲ ਵਿਰਸਾ ਸਿੰਘ ਵਲਟੋਹਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ। ਵਲਟੋਹਾ ਜੀ ਸਵਾਗਤ ਹੈ। 3 ਵੋਟਾਂ ਕ੍ਰਾਸ ਵੋਟਿੰਗ ਪੰਜਾਬ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਦੌਰਾਨ ਹੋ ਗਈ, ਯਾਨੀ ਕਿ 3 ਵਿਧਾਇਕ, ਉਹ ਚਾਹੇ ਹੁਣ ਆਮ ਆਦਮੀ ਪਾਰਟੀ ਦੇ ਹੋਣ ਜਾਂ ਫਿਰ ਹੁਣ ਕਾਂਗਰਸ ਦੇ, ਉਹ ਭੁਗਤ ਗਏ ਨੇ ਬੀਜੇਪੀ ਵਾਲੇ ਪਾਸੇ। ਕਿਵੇਂ ਤੁਸੀਂ ਇਸ ਨੂੰ ਦੇਖ ਰਹੇ ਹੋ? ਦੇਖੋ, ਇਹ ਜਿਹੜੇ ਵੀ ਲੋਕ ਜਿਨ੍ਹਾਂ ਨੇ ਦ੍ਰੋਪਦੀ ਮੁਰਮੂ ਜੀ ਨੂੰ ਵੋਟ ਪਾਈ ਹੈ ਔਰ ਉਹਨਾਂ ਦੀ ਪਾਰਟੀ ਨੇ ਕੋਈ ਫੈਸਲਾ ਹੋਰ ਕੀਤਾ ਹੈ ਤੇ ਪਾਰਟੀ ਦੇ ਹਰੇਕ ਐਮਐਲਏ ਤੇ ਐਮਪੀ ਦੇ ਉੱਤੇ ਉਹ ਫੈਸਲਾ ਲਾਗੂ ਹੁੰਦਾ ਆ, ਤੇ ਜੇ ਉਹਦੇ ਤੋਂ ਬਾਹਰ ਜਾ ਕੇ ਕੋਈ ਕ੍ਰਾਸ ਵੋਟਿੰਗ ਹੋਈ ਹੈ ਤੇ ਉਹਨੂੰ ਕੋਈ ਚੰਗਾ ਟ੍ਰੈਂਡ ਤੇ ਕਿਹਾ ਨਹੀਂ ਜਾ ਸਕਦਾ ਜੀ। ਇਹ ਰਾਜਨੀਤੀ ਦੇ ਵਿੱਚ ਵੀ ਮਰਿਆਦਾ ਆ, ਹਰੇਕ ਪਾਰਟੀ ਦਾ ਇੱਕ ਜ਼ਾਬਤਾ ਆ। ਜੇ ਤੁਸੀਂ ਪਾਰਟੀ ਦਾ ਜ਼ਾਬਤਾ ਕਾਇਮ ਨਹੀਂ ਰੱਖ ਸਕਦੇ,
ਮੈਂ ਕੋਈ ਇਸ ਗੱਲ ਦੇ ਵਿਰੁੱਧ ਨਹੀਂ ਕਿ ਉਹਨਾਂ ਨੇ ਦ੍ਰੋਪਦੀ ਮੁਰਮੂ ਜੀ ਨੇ ਵੋਟ ਕਿਉਂ ਪਾਈ, ਮੈਂ ਇਸ ਗੱਲ ਦਾ ਵਿਰੋਧ ਕਰਦਾ ਹਾਂ। ਭਾਵੇਂ ਕਿ ਮੈਂ ਜਸਵੰਤ ਸਿਨਹਾ ਜਿਹੜੇ ਕਿ ਕਾਂਗਰਸ ਸਪਾਂਸਰਡ ਜਿਹੜੇ ਉਮੀਦਵਾਰ ਸੀ, ਉਹਨਾਂ ਦੀ ਮੈਂ ਕਦਾਚਿਤ ਵੀ ਕਿਸੇ ਵੀ ਪੱਖੋਂ ਜਿਹੜੀ ਹਮਾਇਤ ਨਹੀਂ ਕਰ ਸਕਦਾ, ਪਰ ਜੇ ਕਿਸੇ ਪਾਰਟੀ ਨੇ ਫੈਸਲਾ ਕੀਤਾ ਆ ਕਿ ਅਸੀਂ ਇਸ ਉਮੀਦਵਾਰ ਨੂੰ ਵੋਟ ਪਾਉਣੀ ਹੈ, ਉਸ ਪਾਰਟੀ ਨਾਲ ਸੰਬੰਧਿਤ ਵਿਅਕਤੀ ਜਿਹੜੇ ਨੇ, ਵੋਟਰ ਜਿਹੜੇ ਨੇ, ਇੱਕ ਤਰ੍ਹਾਂ ਕਹਿ ਲਈਏ ਚਾਹੇ ਐਮਐਲਏ ਹੋਣ ਤੇ ਐਮਪੀ ਸਾਹਿਬਾਨ ਹੋਣ, ਜਿਨ੍ਹਾਂ ਦੀ ਵੋਟ ਪੈਣੀ ਹੈ, ਤੇ ਜੇ ਉਹ ਪਾਰਟੀ ਜ਼ਾਬਤੇ ਤੋਂ ਬਾਹਰ ਜਾ ਕੇ, ਪਾਰਟੀ ਹੁਕਮ ਤੋਂ ਬਾਹਰ ਜਾ ਕੇ ਵੋਟ ਪਾਉਂਦੇ ਨੇ, ਤੇ ਇਹਦਾ ਮਤਲਬ ਹੈ ਕਿ ਉਹਨਾਂ ਦਾ ਕੋਈ ਦੀਨ ਈਮਾਨ ਨਹੀਂ, ਕੋਈ ਉਹਨਾਂ ਦੇ ਵਿੱਚ ਵਫਾਦਾਰੀ ਦਾ ਹੈ ਨਹੀਂ। ਉਹ ਕੌਣ ਨੇ ਇਹ ਤੇ ਹੁਣ ਮੇਰਾ ਖਿਆਲ ਪਤਾ ਲੱਗਣਾ ਮੁਸ਼ਕਲ ਹੈ, ਪਰ ਜਿਹੜੀ ਕ੍ਰਾਸ ਵੋਟਿੰਗ ਹੋਈ ਹੈ ਉਹ ਤਾਂ ਸਾਹਮਣੇ ਹੀ ਹੈ। ਹੁਣ ਇਹ ਕੌਣ ਨੇ? ਆਮ ਆਦਮੀ ਗਲਤ ਟ੍ਰੈਂਡ ਹੈ ਕਿ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ? ਨਹੀਂ ਹੋਣਾ ਚਾਹੀਦਾ ਜੀ, ਬਿਲਕੁਲ ਨਹੀਂ ਹੋਣਾ ਚਾਹੀਦਾ। ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ, ਭਾਵੇਂ ਕਿ ਸਪਸ਼ਟ ਰੂਪ 'ਚ ਦ੍ਰੋਪਦੀ ਮੁਰਮੂ ਜੀ ਦੀ ਜਿਹੜੀ ਜਿੱਤ ਹੈ ਉਹ ਪਹਿਲੇ ਦਿਨ ਤੋਂ ਸਪਸ਼ਟ ਨਜ਼ਰ ਆ ਰਹੀ ਸੀ। ਪਹਿਲੇ ਦਿਨ ਤੋਂ ਜਿਸ ਦਿਨ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਦੋਂ ਉਮੀਦਵਾਰ ਨਹੀਂ ਵੀ ਸੀ ਬਣਾਇਆ ਗਿਆ, ਤੇ ਇਹ ਵੀ ਉਦੋਂ ਵੀ ਨਜ਼ਰ ਆਉਂਦਾ ਸੀ ਕਿ ਜਿਹਨੂੰ ਵੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਇਹ ਖੜਾ ਕਰੂਗੀ, ਉਹ ਜਿਹੜਾ ਉਮੀਦਵਾਰ ਉਹ ਜਿੱਤੂਗਾ ਹੀ ਜਿੱਤੂਗਾ। ਪਰ ਉਹ ਅਲੱਗ ਗੱਲ ਹੈ। ਪਰ ਜਿੱਥੇ ਪਾਰਟੀਆਂ ਨੇ ਫੈਸਲੇ ਕੀਤੇ ਹੋਣ, ਜਾਂ ਤੇ ਤੁਸੀਂ ਉਸ ਪਾਰਟੀ ਦੇ ਵਿੱਚ ਆਪਣੇ ਆਪ ਨੂੰ ਰੱਖੋ ਹੀ ਨਾ, ਜੇ ਤੁਸੀਂ ਵੋਟ ਨਹੀਂ ਕਰ ਸਕਦੇ, ਤੇ ਜੇ ਤੁਸੀਂ ਪਾਰਟੀ ਦੇ ਵਿੱਚ ਵੀ ਰਹਿੰਦੇ ਜੇ, ਵਿੱਚ ਰਹਿ ਕੇ ਤੇ ਤੁਸੀਂ ਦਗਾ ਦਿੰਦੇ ਜੇ, ਇਸ ਗੱਲ ਨੂੰ, ਇਸ ਟ੍ਰੈਂਡ ਨੂੰ ਕੋਈ ਚੰਗਾ ਨਹੀਂ ਕਿਹਾ ਜਾ ਸਕਦਾ। ਵਲਟੋਆ ਸਾਹਿਬ, ਤੁਹਾਨੂੰ ਲੱਗਦਾ ਕਿ ਮਨਪ੍ਰੀਤ ਇਆਲੀ ਨੇ ਜਿਹੜਾ ਸਟੈਂਡ ਲਿਆ ਉਸ ਤਰੀਕੇ ਨਾਲ ਸਟੈਂਡ ਹੋ ਸਕਦਾ ਸੀ ਇਹਨਾਂ ਦਾ ਵੀ, ਕਿ ਵੋਟ ਹੀ ਨਾ ਪਾਈ ਜਾਵੇ ਕਿਸੇ ਨੂੰ? ਤੇ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ, ਜੇ ਕਿਸੇ ਨੂੰ ਪਾਰਟੀ ਦਾ ਫੈਸਲਾ ਨਹੀਂ ਲੱਗਦਾ, ਤੇ ਪਾਰਟੀ ਤੱਕ ਉਹ ਫੈਸਲਾ ਪਹੁੰਚਾਉਣਾ ਚਾਹੀਦਾ ਹੈ। ਜੀ ਮੈਨੂੰ ਛੁੱਟੀ ਦੇ ਦਿਓ, ਮੈਂ ਆਪਣੀਆਂ ਆਪ ਭਾਵਨਾਵਾਂ ਕਰਕੇ ਮੈਂ ਇਹਦੇ ਤੇ ਪੂਰਾ ਨਹੀਂ ਉਤਰ ਸਕਦਾ, ਮੈਂ ਵੋਟ ਨਹੀਂ ਪਾ ਸਕਦਾ। ਜਾਂ ਕੋਈ ਬਹਾਨਾ ਬਣਾ ਕੇ ਬੰਦਾ ਜਿਹੜਾ ਆ ਗੈਰ ਹਾਜ਼ਰ ਰਹਿ ਸਕਦਾ ਆ, ਕਿ ਜੇ ਪਾਰਟੀ ਦੇ ਵੀ ਕੋਈ ਇਤਰਾਜ਼ ਨਾ ਉੱਠੇ ਤੇ ਤੁਹਾਡਾ ਵੀ ਰਹਿ ਜੇ ਕਿ ਠੀਕ ਹੈ ਕਿ ਜੇ ਵੋਟ ਨਹੀਂ ਪਾਈ। ਪਰ ਜਿਸ ਤੱਕ ਸਰਦਾਰ ਮਨਪ੍ਰੀਤ ਸਿੰਘ ਇਆਲੀ ਹੋਰਾਂ ਦਾ ਸਵਾਲ ਆ, ਉਹਨਾਂ ਨੇ ਜਿਹੜੇ ਵੀ ਸਵਾਲ ਕੀਤੇ ਆ, ਉਹ ਜਿੱਥੇ ਤੱਕ ਉਹਨਾਂ ਦੇ ਸਵਾਲਾਂ ਦੀ ਗੱਲ, ਮੈਂ ਪਹਿਲੇ ਦਿਨ ਵੀ ਕਿਹਾ ਸੀਗਾ ਕਿ ਉਹਨਾਂ ਨੇ ਜੇ ਕਾਂਗਰਸ ਦੀ ਗੱਲ ਕੀਤੀ ਕਿ ਕਾਂਗਰਸ ਵਾਲੇ ਪਾਸੇ ਅਸੀਂ ਕਦੇ ਨਹੀਂ ਜਾ ਸਕਦੇ, ਦੂਸਰੇ ਬੰਨੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਕਿ ਉਹਨਾਂ ਤੋਂ ਸਾਨੂੰ ਬੜੇ ਗਿਲੇ ਸ਼ਿਕਵੇ ਨੇ, ਲਾਂਭੇ ਨੇ, ਜਿਨ੍ਹਾਂ ਨੇ ਸਾਡੇ ਕੋਈ ਮਸਲੇ ਹੱਲ ਨਹੀਂ ਕੀਤੇ, ਜਿਹੜੇ ਸੀਰੀਅਸ ਨਹੀਂ, ਕਦੀ ਸੰਜੀਦਗੀ ਨਜ਼ਰ ਨਹੀਂ ਆਈ ਉਹਨਾਂ 'ਚ। ਇਹ ਤਾਂ ਗੱਲਾਂ ਬਿਲਕੁਲ ਸਹੀ ਨੇ। ਇਹ ਤਾਂ ਜਿਸ ਦਿਨ ਫੈਸਲਾ ਵੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਦ੍ਰੋਪਦੀ ਮੁਰਮੂ ਜੀ ਨੂੰ ਸਪੋਰਟ ਕਰਨ ਦਾ, ਹਮਾਇਤ ਦੇਣ ਦਾ, ਉਸ ਦਿਨ ਵੀ ਕਹਿਤਾ ਸੀ ਕਿ ਸਾਡੇ ਬੀਜੇਪੀ ਨਾਲ ਵਖਰੇਵੇਂ ਨੇ, ਮਤਭੇਦ ਨੇ, ਸਾਨੂੰ ਉਹ ਲਾਂਭੇ ਨੇ, ਪਰ ਅਸੀਂ ਦ੍ਰੋਪਦੀ ਮੁਰਮੂ ਜੀ ਦੀ ਜਿਹੜੇ ਕਿ ਆਦਿਵਾਸੀ ਨੇ, ਜਿਹੜੇ ਇੱਕ ਕਬਾਇਲੀ ਭਾਈਚਾਰੇ 'ਚੋਂ ਨੇ, ਔਰ ਜਿਹੜੇ ਪਛੜੀਆਂ ਸ਼੍ਰੇਣੀਆਂ 'ਚੋਂ ਨੇ, ਜਿਹੜੇ ਘੱਟ ਗਿਣਤੀਆਂ ਦੀ ਪੀੜਾ ਨੂੰ ਸਮਝਦੇ ਨੇ, ਤੇ ਇੱਕ ਔਰਤ ਹੋਣ ਦੇ ਨਾਤੇ ਅਸੀਂ ਜਿਹੜੀ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਇਹ ਤਾਂ ਪਹਿਲੇ ਦਿਨ ਸਪਸ਼ਟ ਕਰ ਦਿੱਤਾ ਸੀਗਾ। ਉੱਥੇ ਭਾਰਤੀ ਜਨਤਾ ਪਾਰਟੀ ਨੂੰ ਪਾਸੇ ਰੱਖ ਕੇ ਜਿਹੜਾ ਇੱਕ ਜਾਤੀ ਤੌਰ ਤੇ ਜਿਹੜੀ ਹੈ ਸਪੋਰਟ ਕੀਤੀ ਗਈ ਸੀਗੀ। ਜਿਹੜੇ ਉਹਨਾਂ ਨੇ ਇੱਕ ਦੋ ਹੋਰ ਸਵਾਲ ਉਠਾਏ ਸੀਗੇ ਕਿ ਚਾਹੇ ਉਹ ਜਿਹੜੀ 13 ਮੈਂਬਰੀ ਕਮੇਟੀ ਹੈ, ਫੈਕਟ ਫਾਈਂਡਿੰਗ ਕਮੇਟੀ, ਜਿਹੜੀ ਝੁੰਦਾ ਕਮੇਟੀ ਹੈ, ਉਹਦੀ ਰਿਪੋਰਟ ਦੀ ਗੱਲ ਕੀਤੀ ਸੀਗੀ ਕਿ ਉਹ ਜੇ ਲਾਗੂ ਹੋ ਜਾਂਦੀ ਹੈ ਤੇ ਉਹਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਹੋਊਗੀ। ਇਹ 'ਚ ਕੋਈ ਤਰ੍ਹਾਂ ਕਿ ਪਾਰਟੀ ਦੇ ਉੱਤੇ ਇਸ ਵੇਲੇ ਜਿਸ ਤਰ੍ਹਾਂ ਦੇ ਸਵਾਲ ਉਠਾਏ ਜਾ ਰਹੇ ਨੇ, ਭਾਵੇਂ ਕਿ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ, ਸਮੇਂ ਦੇ ਹਿਸਾਬ ਦੇ ਨਾਲ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ, ਪਰ ਫਿਰ ਵੀ ਜਿਹੜੀ ਕਮੇਟੀ ਜਿਹੜੀ ਉਹ ਬਣੀ ਹੈ, ਜਿਹਨੇ ਬੜੇ ਸੋਚ ਸਮਝ ਕੇ ਫੈਸਲੇ ਕੀਤੇ, ਜਿਹਦੇ ਵਿੱਚ ਅਲੀ ਸਾਹਿਬ ਵੀ ਨੇ, ਮੈਂ ਵੀ ਹਾਂ, ਬਾਕੀ ਹੋਰ ਵੀ ਨੇ, ਤੇ ਉਹ ਉਹਨਾਂ ਨੂੰ ਪਤਾ ਕਿ ਫੈਸਲੇ ਬੜੇ ਵਧੀਆ ਨੇ, ਜੇ ਲਾਗੂ ਹੋ ਜਾਂਦੇ ਨੇ ਤੇ ਪਾਰਟੀ ਚੜ੍ਹਦੀ ਕਲਾ ਵਾਲੇ ਪਾਸੇ ਜਾਊਗੀ। ਤੇ ਸ਼ਾਇਦ ਉਹ, ਮੇਰਾ ਖਿਆਲ ਹੈ ਕਿ ਪਾਰਟੀ ਜਲਦੀ ਉਹ ਜਿਹੜੀ ਕਮੇਟੀ ਦੀ ਰਿਪੋਰਟ ਹੈ ਉਹ ਲਾਗੂ ਕਰੂਗੀ। ਠੀਕ ਹੈ, ਮੇਰਾ ਇੱਕ ਆਖਰੀ ਸਵਾਲ, ਤੁਸੀਂ ਜ਼ਿਕਰ ਕੀਤਾ ਕਿ ਕੋਈ ਨਾ ਕੋਈ ਬਹਾਨਾ ਮਾਰਿਆ ਜਾ ਸਕਦਾ ਸੀ। ਕਾਂਗਰਸ ਦੇ ਦੋ ਆਗੂਆਂ ਨੇ ਵੋਟ ਨਹੀਂ ਕੀਤਾ, ਇੱਕ ਸੀ ਰਾਜਕੁਮਾਰ ਚੱਬੇਵਾਲ ਤੇ ਦੂਜੇ ਲਾਡੀ। ਤੁਹਾਨੂੰ ਲੱਗਦਾ ਹੈ ਕਿ ਉਹ ਵੀ ਕਿਤੇ ਨਾ ਕਿਤੇ ਸ਼ਾਇਦ ਆਪਣੀ ਪਾਰਟੀ ਦੇ ਨਾਲ ਇਤਫਾਕ ਨਹੀਂ ਰੱਖਦੇ ਸੀ, ਇਸ ਕਰਕੇ ਅਜਿਹਾ ਡਿਸੀਜਨ ਲੈ ਲਿਆ ਗਿਆ? ਨਹੀਂ, ਹੋ ਸਕਦਾ ਹੈ, ਕੋਈ ਡਰਾਮਾ ਨਹੀਂ ਹੋ ਸਕਦਾ। ਉਹਨਾਂ ਦੀ ਕੋਈ ਮਜਬੂਰੀ ਵੀ ਹੋਵੇ ਕਿ ਉਹ ਚਾਹੁੰਦੇ ਹੋਏ ਵੀ ਵੋਟ ਕਾਸਟ ਕਰਨ ਵਾਸਤੇ ਪਹੁੰਚ ਨਾ ਸਕੇ ਹੁਣ, ਕਿਉਂਕਿ ਵੋਟ ਚੰਡੀਗੜ੍ਹ ਕਾਸਟ ਹੋਣੀ ਸੀਗੀ। ਹਾਂਜੀ, ਵੋਟ ਚੰਡੀਗੜ੍ਹ ਹੀ ਆਣ ਕੇ ਵਿਧਾਨ ਸਭਾ ਦੇ ਵਿੱਚ ਹੀ ਪੈਣੀ ਸੀਗੀ। ਕੋਈ ਮਜਬੂਰੀ ਵੀ ਹੋ ਸਕਦੀ ਹੈ, ਪਰ ਕਿਉਂਕਿ ਸ਼ੱਕ ਦੀ ਕੀ ਕਹਿੰਦੇ ਹੁੰਦੇ, ਉਂਗਲ ਤੇ ਉੱਠੂਗੀ। ਬਿਲਕੁਲ ਠੀਕ ਹੈ। ਵਲਟੋਹਾ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਵਿਰਸਾ ਸਿੰਘ ਵਲਟੋਹਾ ਕਹਿ ਰਹੇ ਨੇ ਕਿ ਇੱਕ ਗਲਤ ਟ੍ਰੈਂਡ ਹੈ ਕ੍ਰਾਸ ਵੋਟਿੰਗ ਵਾਲਾ, ਕਿ ਜੇਕਰ ਇੱਕ ਪਾਰਟੀ ਨੇ ਤੈਅ ਕਰ ਲਿਆ ਕਿ ਅਸੀਂ ਇੱਕ ਕੈਂਡੀਡੇਟ ਨੂੰ ਸਮਰਥਨ ਦੇ ਰਹੇ ਹਾਂ ਤੇ ਉਸ ਦੇ ਬਾਵਜੂਦ ਉਹਨਾਂ ਦੇ ਆਗੂਆਂ ਦੇ ਵੱਲੋਂ ਜਾਂ ਵਿਧਾਇਕ ਦੇ ਵੱਲੋਂ ਜਾ ਕੇ ਕ੍ਰਾਸ ਵੋਟਿੰਗ ਕਰ ਦਿੱਤੀ ਗਈ,
ਤੇ ਕੋਈ ਬਹੁਤਾ ਵਧੀਆ ਟ੍ਰੈਂਡ ਨਹੀਂ ਹੈ। ਖੈਰ ਉਹ ਪਾਰਟੀ ਦੇ ਨਾਲ ਸਹਿਮਤ ਨਹੀਂ ਸੀ ਜਾਂ ਫਿਰ ਵਜ੍ਹਾ ਕੀ ਸੀ, ਕਿਉਂਕਿ ਵਰਿੰਦਰ ਢਿੱਲੋਂ ਜਿਹੜੇ ਤਾਂ ਉਹ ਕਹਿ ਰਹੇ ਸੀ ਕਿ ਲਾਲਚ ਤੇ ਡਰ ਦੀ ਵਜ੍ਹਾ ਇਸ ਕਰਕੇ ਕ੍ਰਾਸ ਵੋਟਿੰਗ ਹੋ ਗਈ। ਵਲਟੋਹਾ ਕਹਿ ਰਹੇ ਨੇ ਕਿ ਪਾਰਟੀ ਨੇ ਜੋ ਸਟੈਂਡ ਲਿਆ ਉਸ ਦੇ ਨਾਲ ਸਟੈਂਡ ਕਰਨਾ ਚਾਹੀਦਾ ਸੀ। ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਵੀ ਹੈ ਕਿ ਪਾਰਟੀ ਜਦੋਂ ਦਿੱਲੀ ਦੇ ਵਿੱਚ ਹਾਈ ਕਮਾਨ ਕੋਈ ਫੈਸਲਾ ਲੈਂਦੀ ਹੈ ਤਾਂ ਕਿ ਜਿਹੜੀਆਂ ਸੂਬੇ ਦੀਆਂ ਇਕਾਈਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਾਂ ਕਰਨੀ ਚਾਹੀਦੀ ਹੈ। ਜੇਕਰ ਗੱਲਬਾਤ ਕੀਤੀ ਜਾਂਦੀ ਹੈ ਫਿਰ ਤਾਂ ਸਮਰਥਨ ਨਾ ਦੇਣ ਦਾ ਕੋਈ ਮਤਲਬ ਨਹੀਂ ਸੀ, ਪਰ ਜੇਕਰ ਗੱਲਬਾਤ ਨਹੀਂ ਕੀਤੀ ਜਾਂਦੀ ਤਾਂ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਸ ਫੈਸਲੇ ਦੇ ਨਾਲ ਯਾਨੀ ਕਿ ਯਸ਼ਵੰਤ ਸਿਨਹਾ ਨੂੰ ਸਮਰਥਨ ਕਰਨ ਵਾਲੇ ਫੈਸਲੇ ਦੇ ਨਾਲ ਕੋਈ ਵਿਧਾਇਕ ਜਾਂ ਕੁਝ ਵਿਧਾਇਕ ਸਹਿਮਤ ਨਹੀਂ ਸੀ। ਕੁਝ ਅੰਕੜੇ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦਿਖਾਣਾ, ਇਹ ਵੱਡੀ ਖਬਰ ਹੈ ਪੰਜਾਬ ਦੇ ਲਈ, ਪੰਜਾਬ ਦੀ ਸਿਆਸਤ ਦੇ ਲਈ, ਇਸ ਕਰਕੇ ਵੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਅੰਕੜੇ ਨੇ ਉਹ ਕਿਸ ਵਾਲੇ ਪਾਸੇ ਇਸ਼ਾਰਾ ਕਰ ਰਹੇ ਨੇ, ਪਰ ਜਦੋਂ ਰਿਜ਼ਲਟ ਆਉਂਦਾ ਹੈ ਤਾਂ ਉਹ ਕੁਝ ਹੋਰ ਇਸ਼ਾਰਾ ਕਰਦੇ ਨੇ ਕਿ ਕ੍ਰਾਸ ਵੋਟਿੰਗ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਮੁੱਦੇ ਦੇ ਉੱਤੇ ਕਿਸੇ ਪਾਰਟੀ ਦੇ ਲਈ ਚਿੰਤਾ ਦਾ ਸਬਬ ਬਣ ਸਕਦੀ ਹੈ ਕਿ ਜੇਕਰ ਵਿਧਾਨ ਸਭਾ ਦੇ ਅੰਦਰ ਕਿਸ ਦਿਨ ਜ਼ਰੂਰਤ ਪਈ ਤਾਂ ਫਿਰ ਕੀ ਵੱਖਰੇ ਤਰੀਕੇ ਨਾਲ ਕੋਈ ਸਮੀਕਰਨ ਨਜ਼ਰ ਆ ਸਕਦੇ ਨੇ। ਹਾਲਾਂਕਿ ਉੱਥੇ ਵਿਪ ਜਾਰੀ ਹੋ ਜਾਂਦਾ ਹੈ, ਉੱਥੇ ਕੁਝ ਵੱਖਰੇ ਤਰੀਕੇ ਨਾਲ ਵੋਟਿੰਗ ਹੁੰਦੀ ਹੈ, ਪਰ ਕ੍ਰਾਸ ਵੋਟਿੰਗ ਨੇ ਜ਼ਰੂਰ ਚਿੰਤਾ ਵਧਾ ਦਿੱਤੀ ਹੋਏਗੀ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵਿਧਾਇਕਾਂ ਦਾ ਧੜਾ ਕਿਸੇ ਪਾਰਟੀ ਦੇ ਵਿੱਚੋਂ ਟੁੱਟਦਾ ਹੈ ਤਾਂ ਕੀ ਇਸ ਤਰੀਕੇ ਦੇ ਨਾਲ ਹਾਲਾਤ ਬਣ ਸਕਦੇ ਨੇ, ਤਾਂ ਇਹ ਜਿਹੜੇ ਵਿਧਾਇਕ ਨੇ ਉਸ ਧੜੇ ਦੇ ਵਿੱਚ ਹੋ ਸਕਦੇ ਨੇ। ਤਾਂ ਪੰਜਾਬ ਦੀ ਸਿਆਸਤ ਕੀ ਇੱਥੇ ਇੱਕ ਨਵਾਂ ਮੋੜ ਲੈ ਰਹੀ ਹੈ, ਇਹ ਵੱਡਾ ਸਵਾਲ ਹੈ। ਔਰ ਜਿਹੜੀਆਂ 3 ਵੋਟਾਂ ਕ੍ਰਾਸ ਵੋਟਿੰਗ ਪਈ ਹੈ ਉਹ ਕਿਹੜੀ ਪਾਰਟੀ ਦੀਆਂ ਨੇ, ਕੀ ਕਾਂਗਰਸ ਕੀ ਆਮ ਆਦਮੀ ਪਾਰਟੀ ਕਿਸ ਦੇ ਵੱਲੋਂ ਇਹ ਵੋਟਾਂ ਪਾ ਦਿੱਤੀਆਂ ਗਈਆਂ, ਇੱਕ ਵੱਡਾ ਸਵਾਲ ਹੈ। ਮੈਂ ਇੱਕ ਵਾਰ ਤੁਹਾਨੂੰ ਦਿਖਾਣਾ ਕਿ ਗ੍ਰਾਫਿਕ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਕਿਉਂ ਇਸ ਤਰੀਕੇ ਨਾਲ ਦਿਲਚਸਪ ਅੰਕੜੇ ਨੇ, ਤੁਹਾਡੀ ਟੀਵੀ ਸਕਰੀਨ ਤੇ ਨੇ, ਮੇਰੀ ਸਕਰੀਨ ਦੇ ਉੱਤੇ ਵੀ ਆ ਰਹੇ ਨੇ। ਦ੍ਰੋਪਦੀ ਮੁਰਮੂ ਜੋ ਕਿ ਬੀਜੇਪੀ ਦੇ ਐਨਡੀਏ ਦੇ ਉਮੀਦਵਾਰ ਸੀ, ਉਹਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਦੇ ਵਿੱਚ 8 ਵੋਟਾਂ ਪਈਆਂ ਨੇ। ਮੈਂ ਤੁਹਾਨੂੰ ਮੋਟਾ-ਮੋਟਾ ਸਮਝਾਣਾ ਕਿ 8 ਵੋਟਾਂ ਉਹਨਾਂ ਨੂੰ ਪੈ ਗਈਆਂ, ਉਹ ਕਿਵੇਂ ਪੈ ਗਈਆਂ। 8 ਵੋਟਾਂ ਦਰਅਸਲ ਉਹਨਾਂ ਦੇ ਕੋਲ ਤਾਂ ਟੋਟਲ ਸਮਰਥਨ ਸੀ 6 ਵੋਟਾਂ ਦਾ, ਯਾਨੀ ਕਿ 6 ਵਿਧਾਇਕ ਉਹਨਾਂ ਦੇ ਸਮਰਥਨ ਵਾਲੀਆਂ ਪਾਰਟੀਆਂ ਦੇ ਸੀ, 3 ਸ਼੍ਰੋਮਣੀ ਅਕਾਲੀ ਦਲ ਦੇ, 1 ਬੀਐਸਪੀ ਦਾ ਤੇ 2 ਬੀਜੇਪੀ ਦੇ, ਯਾਨੀ ਟੋਟਲ 6 ਵੋਟਾਂ ਹੋਣੀਆਂ ਚਾਹੀਦੀਆਂ ਸੀ। 6 ਦੇ ਵਿੱਚੋਂ 1 ਮਨਪ੍ਰੀਤ ਇਆਲੀ ਜੋ ਕਿ ਅਕਾਲੀ ਦਲ ਦੇ ਵਿਧਾਇਕ ਨੇ, ਵਿਧਾਇਕ ਦਲ ਦੇ ਆਗੂ ਵੀ ਨੇ, ਉਹਨਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਤੋਂ ਇਨਕਾਰ ਕਰ ਦਿੱਤਾ, ਯਾਨੀ 6 ਦੇ ਵਿੱਚੋਂ 6 ਦੇ ਵਿੱਚੋਂ ਰਹਿ ਗਈਆਂ ਪਿੱਛੇ 5 ਵੋਟਾਂ, ਯਾਨੀ ਕਿ ਦ੍ਰੋਪਦੀ ਮੁਰਮੂ ਦੇ ਖਾਤੇ ਦੇ ਵਿੱਚ 5 ਵੋਟਾਂ ਹੋਣੀਆਂ ਚਾਹੀਦੀਆਂ ਸੀ। ਮੈਂ ਬੀਐਸਪੀ ਦਾ ਵੀ ਕਲੀਅਰ ਕਰ ਦਵਾਂ ਕਿ ਕੌਮੀ ਪੱਧਰ ਦੇ ਉੱਤੇ ਹੀ ਮਾਇਆਵਤੀ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਇਸ ਸਮਰਥਨ ਦੀ। ਮੈਂ ਪਹਿਲਾਂ ਪੂਰੇ ਪੰਜਾਬ ਦਾ ਜਿਹੜਾ ਵਿਧਾਨ ਸਭਾ ਦਾ ਅੰਕੜਾ ਉਹ ਤੁਹਾਨੂੰ ਦੱਸ ਦਿਆਂ ਕਿ ਉਹ ਕਿਸ ਤਰੀਕੇ ਨਾਲ ਬਣਿਆ ਹੈ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ 117 ਐਮਐਲਏ ਨੇ, 117 ਸੀਟਾਂ ਪੰਜਾਬ ਦੇ ਵਿੱਚ, ਹਲਕੇ 117 ਨੇ, 117 ਐਮਐਲਏ ਚੁਣੇ ਗਏ 2022 ਦੀਆਂ ਵੋਟਾਂ ਦੇ ਵਿੱਚ। ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਦੇ ਵਿੱਚ ਅੰਕੜੇ ਕੀ ਹੈ। ਗਿਣਦੇ ਰਹਿਣਾ, 92 ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕੋਲ, 18 ਵਿਧਾਇਕ ਨੇ ਕਾਂਗਰਸ ਦੇ ਕੋਲ, 92 ਤੇ 18 110। ਉਸ ਤੋਂ ਬਾਅਦ 2 ਵਿਧਾਇਕ ਨੇ ਬੀਜੇਪੀ ਦੇ ਕੋਲ, 112। ਉਸ ਤੋਂ ਬਾਅਦ 3 ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ, 115। 1 ਵਿਧਾਇਕ ਹੈ ਬੀਐਸਪੀ ਦੇ ਕੋਲ, 116 ਤੇ 117ਵਾਂ ਵਿਧਾਇਕ ਹੈ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਜਿੱਤਣ ਵਾਲੇ ਰਾਣਾ ਗੁਰਜੀਤ ਦੇ ਬੇਟੇ ਰਾਣਾ ਇੰਦਰ ਪ੍ਰਤਾਪ। ਤਾਂ 117 ਟੋਟਲ ਹੋਏ। ਹੁਣ 117 ਦੇ 117 ਐਮਐਲਏ ਨਹੀਂ ਪਹੁੰਚੇ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ। ਕਿੰਨੇ ਗੈਰ ਹਾਜ਼ਰ ਰਹੇ, ਜੋ ਟੌਪ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ, 3 ਵਿਧਾਇਕ ਗੈਰ ਹਾਜ਼ਰ ਰਹੇ ਜਿਨ੍ਹਾਂ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਨਹੀਂ ਕੀਤਾ। ਇਹਨਾਂ ਦੇ ਵਿੱਚ ਇੱਕ ਲਾਡੀ ਸ਼ਰੋਵਾਲੀਆ, ਇੱਕ ਹੈਗੇ ਨੇ ਰਾਜਕੁਮਾਰ ਚੱਬੇਵਾਲੇ, ਦੋਵੇਂ ਕਾਂਗਰਸੀ, ਤੇ ਇੱਕ ਮਨਪ੍ਰੀਤ ਇਆਲੀ ਜੋ ਅਕਾਲੀ ਦਲ ਦੇ ਨੇ। ਬਾਕੀ 114 ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ, 117 ਦੇ ਵਿੱਚੋਂ 114 ਬਾਕੀ ਰਹਿ ਗਏ। ਜੇਕਰ ਹੁਣ ਇਸ ਦੇ ਵਿੱਚ ਹੋਰ ਦੇਖਿਆ ਜਾਵੇ ਤਾਂ 5 ਵੋਟਾਂ ਇਨਵੈਲਿਡ ਹੋ ਗਈਆਂ, ਯਾਨੀ ਕਿ ਉਹਨਾਂ ਨੇ ਕੋਈ ਸਟੈਂਪ ਨਹੀਂ ਠੀਕ ਲਗਾਈ ਜਾਂ ਫਿਰ ਜਿਸ ਤਰੀਕੇ ਨਾਲ ਵੋਟ ਕਰਨੀ ਹੁੰਦੀ ਹੈ ਨਹੀਂ ਕੀਤੀ ਗਈ, ਇਸ ਕਰਕੇ ਉਹਨਾਂ ਦੀ ਵੋਟ ਨੂੰ ਇਨਵੈਲਿਡ ਕਰਾਰ ਦੇ ਦਿੱਤਾ ਗਿਆ। ਇਸ ਦੇ ਉੱਤੇ ਵੀ ਸਵਾਲ ਹੈ ਕਿ ਇਹ ਇਨਵੈਲਿਡ ਕਿਉਂ ਹੋ ਗਈ, ਜਾਣਬੁੱਝ ਕੇ ਕਰ ਦਿੱਤੀ ਗਈ ਜਾਂ ਫਿਰ ਇਸ ਦੇ ਪਿੱਛੇ ਵੀ ਕੋਈ ਵਜ੍ਹਾ ਹੈ। ਖੈਰ 5 ਵੋਟਾਂ ਇਨਵੈਲਿਡ ਕਰਾਰ ਦਿੱਤੀਆਂ ਗਈਆਂ। ਤਾਂ ਹੁਣ 114 ਦੇ ਵਿੱਚੋਂ 5 ਤੁਸੀਂ ਹੋਰ ਘਟਾ ਦਿਓ ਤਾਂ ਪਿੱਛੇ ਅੰਕੜਾ ਬਚਦਾ ਹੈ 109, ਯਾਨੀ 3 ਵਿਧਾਇਕ ਆਏ ਨਹੀਂ, 5 ਇਨਵੈਲਿਡ ਹੋ ਗਏ, 117 ਟੋਟਲ ਨੇ, ਪਿੱਛੇ ਬਚ ਗਏ 109। 109 ਦੇ ਵਿੱਚੋਂ 5 ਦਾ ਸਮਰਥਨ ਜਿਹੜਾ ਬਹੁਤ ਕਲੀਅਰ ਸੀ ਦ੍ਰੋਪਦੀ ਮੁਰਮੂ ਦੇ ਕੋਲ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ। 109 ਦੇ ਵਿੱਚੋਂ 5 ਹੋਰ ਘਟਾ ਦਿਓ, ਰਹਿ ਗਏ 104, ਯਾਨੀ ਜੋ ਅੰਕੜਾ ਹੈ ਉਸ ਦੇ ਹਿਸਾਬ ਦੇ ਨਾਲ ਦ੍ਰੋਪਦੀ ਮੁਰਮੂ ਦੇ ਕੋਲ 5 ਵੋਟਾਂ ਤੇ ਇੱਧਰ ਵਾਲੇ ਪਾਸੇ 104 ਵੋਟਾਂ ਹੋਣੀਆਂ ਚਾਹੀਦੀਆਂ ਸੀ। ਇੱਧਰ 5 ਹੁੰਦੀਆਂ, 104 ਹੁੰਦੀਆਂ, ਕੋਈ ਦਿੱਕਤ ਨਹੀਂ ਸੀ। ਪੰਜਾਬ ਦੀ ਸਿਆਸਤ ਜਿਵੇਂ ਚੱਲ ਰਹੀ ਸੀ ਚੱਲਣੀ ਸੀ। ਪਰ ਇਹ ਦਿਲਚਸਪ ਅੰਕੜਾ ਇਸ ਕਰਕੇ ਹੈ ਕਿਉਂਕਿ ਇੱਥੇ 3 ਵੋਟਾਂ ਘਟ ਗਈਆਂ, ਇਹ 104 ਤੋਂ 101 ਆ ਗਈਆਂ ਤੇ ਦੂਜੇ ਪਾਸੇ ਇੱਥੇ ਵੱਧ ਗਈਆਂ, 5 ਤੋਂ 8 ਹੋ ਗਈਆਂ। ਇਹ 3 ਵੋਟਾਂ ਦੇ ਨਾਲ ਕੋਈ ਬਹੁਤ ਵੱਡਾ ਫਰਕ ਨਹੀਂ ਪਿਆ ਕਿਉਂਕਿ ਦ੍ਰੋਪਦੀ ਮੁਰਮੂ ਦੇ ਕੋਲ ਪਹਿਲੇ ਦਿਨ ਤੋਂ ਅੰਕੜੇ ਬਹੁਤ ਕਲੀਅਰ ਸੀ। ਇਹਨਾਂ ਦੇ ਕੋਲ ਰਾਸ਼ਟਰਪਤੀ ਬਣਨ ਵਾਲੇ ਜਿਹੜੇ ਅੰਕੜੇ ਚਾਹੀਦੇ ਹੁੰਦੇ ਆ ਉਹ ਆਲਰੇਡੀ ਸੀ। ਪਰ ਇਹ ਜਿਹੜੀਆਂ 3 ਵੋਟਾਂ ਪਈਆਂ ਨੇ
ਇਹ ਹੁਣ ਕਿਸ ਦੀਆਂ ਨੇ? ਕਿ ਇਹ 3 ਵਿਧਾਇਕ ਜਿਹੜੇ ਹੈਗੇ ਨੇ ਉਹ ਕਾਂਗਰਸ ਦੇ ਟੁੱਟ ਕੇ ਆ ਗਏ, ਜਾਂ ਫਿਰ ਇਹ 3 ਵਿਧਾਇਕ ਜਿਹੜੇ ਹੈਗੇ ਨੇ ਉਹ ਟੁੱਟ ਕੇ ਆ ਗਏ ਆਮ ਆਦਮੀ ਪਾਰਟੀ ਦੇ? ਇੱਕ ਵੱਡਾ ਸਵਾਲ ਜ਼ਰੂਰ ਹੈ, ਪਰ ਤਾਂ ਤੁਹਾਨੂੰ ਪੂਰਾ ਅੰਕੜਾ ਇੱਕੋ ਵਾਰੀ ਸਕਰੀਨ ਦੇ ਉੱਤੇ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਨਾਲ ਕਿਹਨੂੰ ਕਿੰਨਾ ਸਮਰਥਨ ਸੀ। ਤਾਂ ਪਹਿਲੀ ਸਕਰੀਨ ਦੇ ਵਿੱਚ ਪਹਿਲਾਂ ਤੁਸੀਂ ਦੇਖੋ ਗ੍ਰਾਫਿਕ ਜਿਹੜਾ ਟੀਵੀ ਸਕਰੀਨ ਤੇ ਨਜ਼ਰ ਆ ਰਿਹਾ ਹੈ, 8 ਵੋਟਾਂ ਮਿਲੀਆਂ ਨੇ ਦ੍ਰੋਪਦੀ ਮੁਰਮੂ ਨੂੰ, 101 ਵੋਟਾਂ ਮਿਲੀਆਂ ਨੇ ਯਸ਼ਵੰਤ ਸਿਨਹਾ ਨੂੰ। ਉਸ ਤੋਂ ਬਾਅਦ ਦ੍ਰੋਪਦੀ ਮੁਰਮੂ ਨੂੰ 8 ਵੋਟਾਂ ਮਿਲੀਆਂ ਨੇ, ਪਰ ਸਮਰਥਨ ਕਿੰਨਾ ਹਾਸਲ ਸੀ ਉਹਨਾਂ ਨੂੰ? ਸਿਰਫ 5 ਵੋਟਾਂ ਦਾ, ਯਾਨੀ ਕਿ ਪੰਜਾਬ ਦੇ ਵਿੱਚ ਦ੍ਰੋਪਦੀ ਮੁਰਮੂ ਨੂੰ 5 ਵੋਟਾਂ ਮਿਲਣੀਆਂ ਚਾਹੀਦੀਆਂ ਸੀ, ਜਿਸ ਤਰੀਕੇ ਨਾਲ ਪਾਰਟੀ ਨੂੰ ਸਮਰਥਨ ਹਾਸਲ ਸੀ। ਤੇ ਤੀਜਾ ਗ੍ਰਾਫਿਕ ਜਿਹੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਤੀਸਰੀ ਵਿੰਡੋ ਦੇ ਵਿੱਚ ਨਜ਼ਰ ਆ ਰਿਹਾ ਹੈ, ਉੱਥੇ ਸਾਫ਼ ਹੋ ਰਿਹਾ ਹੈ ਕਿ ਜਿਹੜਾ ਯਸ਼ਵੰਤ ਸਿਨਹਾ ਨੇ ਉਹਨਾਂ ਦੇ ਕੋਲ 101 ਵੋਟਾਂ ਨੇ, ਜਦਕਿ ਉਹਨਾਂ ਦੇ ਕੋਲ ਸਮਰਥਨ ਹੋਣਾ ਚਾਹੀਦਾ ਸੀ 100 ਜੇ ਮੈਂ ਟੋਟਲ ਕਰਾਂ ਤਾਂ 108 ਵੋਟਾਂ ਹੋਣੀਆਂ ਚਾਹੀਦੀਆਂ ਸੀ। ਇੱਥੇ ਕਾਬਿਲੇ ਗੌਰ ਇਹ ਵੀ ਹੈ ਕਿ ਜਿਹੜੀਆਂ 5 ਵੋਟਾਂ ਇਨਵੈਲਿਡ ਕਰਾਰ ਦਿੱਤੀਆਂ ਗਈਆਂ, ਤਾਂ ਕੀ 5 ਦੀਆਂ 5 ਵੋਟਾਂ ਕਾਂਗਰਸ ਜਾਂ ਫਿਰ ਆਮ ਆਦਮੀ ਪਾਰਟੀ ਵਾਲੇ ਪਾਸੇ ਦੀਆਂ ਗਿਣੀਆਂ ਜਾਣ? ਕਿਉਂਕਿ ਦ੍ਰੋਪਦੀ ਮੁਰਮੂ ਦੇ ਕੋਲ ਤਾਂ 8 ਵੋਟਾਂ ਯਾਨੀ ਕਿ 5 ਉਹਨਾਂ ਦੀਆਂ ਆਪਣੀਆਂ ਤੇ 3 ਹੋਰ ਆਲਰੇਡੀ ਹੈਗੀਆਂ ਨੇ, ਤਾਂ ਜਿਹੜੀਆਂ 5 ਅਵੈਧ ਨੇ ਯਾਨੀ ਕਿ ਇਨਵੈਲਿਡ ਕਰਾਰ ਦਿੱਤੀਆਂ ਗਈਆਂ ਨੇ, ਕਿ ਇਹ ਵੀ ਕਾਂਗਰਸੀ ਜਾਂ ਫਿਰ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਹੈ? ਇਹ ਵੀ ਹੁੰਦਾ ਹੈ, ਇਹ ਵੀ ਦੱਸਦੇ ਨੇ ਸਿਆਸੀ ਜਾਣਕਾਰ ਕਿ ਜਦੋਂ ਕਿਸੇ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਕਰਨੀ ਹੋਵੇ ਤਾਂ ਆਪਣੀ ਵੋਟ ਨੂੰ ਇਨਵੈਲਿਡ ਵੀ ਕਰ ਦਿੱਤਾ ਜਾਂਦਾ, ਯਾਨੀ ਕਿ ਗਲਤ ਸਟੈਂਪ ਜਾਂ ਫਿਰ ਗਲਤ ਟਿਕ ਕਰ ਦਿੱਤਾ ਜਾਂਦਾ, ਉਸ ਦੀ ਵਜ੍ਹਾ ਦੇ ਨਾਲ ਫਿਰ ਵੋਟ ਇਨਵੈਲਿਡ ਹੋ ਜਾਂਦੀ ਹੈ। ਤਾਂ ਕਿ ਇਹ ਵੀ ਜਾਣਬੁੱਝ ਕੇ ਇਨਵੈਲਿਡ ਕੀਤੀਆਂ ਗਈਆਂ, ਯਾਨੀ ਕਿ 5 ਇਨਵੈਲਿਡ ਜੋ ਉਹ ਵੀ ਕੁਐਸਚਨ ਮਾਰਕ, ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ, ਜਿਨ੍ਹਾਂ ਦੀਆਂ ਵੋਟਾਂ ਇਨਵੈਲਿਡ ਹੋਈਆਂ, ਕਿਉਂਕਿ ਜਿਹੜੇ ਵਿਧਾਇਕ ਪਹੁੰਚੇ ਹੁੰਦੇ ਨੇ ਬਕਾਇਦਾ ਉਹਨਾਂ ਨੂੰ ਇੱਕ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਆਹ ਬੈਲਟ ਪੇਪਰ ਹੈ, ਇਸ ਤਰੀਕੇ ਨਾਲ ਤੁਸੀਂ ਟਿਕ ਕਰਨਾ ਹੈ, ਆਪਣੀ ਵੋਟ ਪਾਉਣੀ ਹੈ, ਫੋਲਡ ਕਰਨਾ ਹੈ ਤੇ ਜਿਹੜਾ ਬਾਕਸ ਹੈ ਉਸ ਦੇ ਵਿੱਚ ਆਪਣੀ ਵੋਟ ਪਾ ਦੇਣੀ ਹੈ, ਤਾਂ ਕਿ ਵਿਧਾਇਕ ਚੁਣ ਕੇ ਜੋ 2.5 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਉੱਥੇ ਜਾ ਕੇ ਗਲਤੀ ਨਾਲ ਆਪਣੀ ਵੋਟ ਗਲਤ ਕਰਾਏ, ਇਨਵੈਲਿਡ ਕਰਾਏ, ਜਾਂ ਫਿਰ ਜਾਣਬੁੱਝ ਕੇ। ਹਾਲਾਂਕਿ ਇਨਵੈਲਿਡ ਹੋ ਸਕਦਾ ਹੈ ਕਿ ਗਲਤੀ ਹੋ ਗਈ ਹੋਵੇ, ਬਹੁਤ ਸਾਰੇ ਵਿਧਾਇਕ ਇਸ ਵਾਰ ਨਵੇਂ ਵੀ ਨੇ, ਪਰ ਬਾਵਜੂਦ ਇਸ ਦੇ ਇਹ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਰੂਰ ਰਹੇਗਾ ਕਿ ਜਿਹੜੀਆਂ 5 ਵੋਟਾਂ ਇਨਵੈਲਿਡ ਹੋਈਆਂ ਨੇ, ਇਹ ਵੋਟਾਂ ਇਨਵੈਲਿਡ ਕਿਵੇਂ ਹੋ ਗਈਆਂ? 5 ਵੋਟਾਂ ਇਨਵੈਲਿਡ ਹੋ ਗਈਆਂ, 3 ਵੋਟਾਂ ਦ੍ਰੋਪਦੀ ਮੁਰਮੂ ਦੇ ਖਾਤੇ ਦੇ ਵਿੱਚ ਜ਼ਿਆਦਾ ਆ ਗਈਆਂ, ਯਾਨੀ 8 ਵੋਟਾਂ ਦੇ ਉੱਤੇ ਇੱਕ ਵੱਡਾ ਕੁਐਸਚਨ ਮਾਰਕ ਲੱਗ ਗਿਆ। 3 ਦੇ ਉੱਤੇ ਤਾਂ ਸਿੱਧਾ ਹੀ ਹੈ, ਜਿਨ੍ਹਾਂ ਨੇ ਵੋਟ ਹੀ ਦ੍ਰੋਪਦੀ ਮੁਰਮੂ ਨੂੰ ਪਾ ਦਿੱਤੀ। 5 ਵੋਟਾਂ ਜਿਹੜੀਆਂ ਇਨਵੈਲਿਡ ਹੋਈਆਂ ਨੇ ਉਸ ਦੇ ਉੱਤੇ ਵੀ ਕੁਐਸਚਨ ਮਾਰਕ ਹੈ। ਦ੍ਰੋਪਦੀ ਮੁਰਮੂ ਨੂੰ ਜਿਹੜਾ ਸਮਰਥਨ ਹਾਸਲ ਹੋਇਆ ਹੈ ਉਹ ਟੋਟਲ ਤਾਂ 6 ਸੀ ਉਹਨਾਂ ਦੇ ਕੋਲ ਵਿਧਾਇਕ, ਤੇ ਉਸ ਤੋਂ ਬਾਅਦ ਟੋਟਲ 6 ਸੀ, ਉਸ ਦੇ ਵਿੱਚੋਂ ਇੱਕ ਵੋਟ ਪਈ ਨਹੀਂ, 5 ਵੋਟਾਂ ਹੋਣੀਆਂ ਚਾਹੀਦੀਆਂ ਸੀ, ਵੋਟਾਂ ਪੈ ਗਈਆਂ 8। ਤਾਂ ਇਹ 3 ਵਿਧਾਇਕ ਕੌਣ ਨੇ? ਜਦੋਂ ਗੱਲਬਾਤ ਹੋਈ ਹੈ ਸਾਡੀ ਕਾਂਗਰਸ ਦੇ ਆਗੂਆਂ ਦੇ ਨਾਲ, ਕਿਉਂਕਿ ਪਹਿਲੀ ਨਜ਼ਰ ਦੇ ਵਿੱਚ ਕਾਂਗਰਸ ਵਾਲੇ ਪਾਸੇ ਨਜ਼ਰ ਸਭ ਦੀ ਜਾ ਰਹੀ ਹੈ ਕਿ ਕਾਂਗਰਸੀ ਕੁਝ ਵਿਧਾਇਕ ਕੀ ਅਗੇਂਸਟ ਵੋਟ ਕਰ ਗਏ, ਕਿ ਕ੍ਰਾਸ ਵੋਟਿੰਗ ਜਿਹੜੀ ਹੋਈ ਹੈ ਉਹ ਕਾਂਗਰਸ ਦੇ ਆਗੂਆਂ ਦੇ ਵੱਲੋਂ ਕਰ ਦਿੱਤੀ ਗਈ। ਉਹ ਇਸ ਕਰਕੇ ਵੀ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਵੱਡੇ ਨਾਮ, ਉਹਨਾਂ ਦੇ ਵਿੱਚ ਇੱਕ ਨਾਮ ਸੁਨੀਲ ਜਾਖੜ ਦਾ, ਬਲਬੀਰ ਸਿੱਧੂ ਦਾ, ਰਾਣਾ ਗੁਰਮੀਤ ਸੋਢੀ ਦਾ, ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਨਾਲ ਇਸ ਸਮੇਂ ਗੱਠਜੋੜ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਸੀ, ਤਾਂ ਕਿ ਉਹਨਾਂ ਦਾ ਪ੍ਰਭਾਵ, ਸੁਨੀਲ ਜਾਖੜ ਦਾ ਪ੍ਰਭਾਵ, ਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਭਾਵ ਕੁਝ ਵਿਧਾਇਕਾਂ ਦੇ ਉੱਤੇ ਹੈ, ਤਾਂ ਇਸ ਕਰਕੇ 5 ਇਨਵੈਲਿਡ ਅਤੇ 3 ਵੋਟਾਂ ਦੂਸਰੇ ਪਾਸੇ ਚਲੀਆਂ ਗਈਆਂ ਜੋ ਦ੍ਰੋਪਦੀ ਮੁਰਮੂ ਨੂੰ ਪੈ ਗਈਆਂ। ਇਹ ਇੱਕ ਵੱਡਾ ਸਵਾਲ ਹੈ। ਇਨਫੈਕਟ ਜੋ ਮੈਂ ਜ਼ਿਕਰ ਕਰ ਰਿਹਾ ਸੀ ਕੁਝ ਸਮਾਂ ਪਹਿਲਾਂ, ਕੁਝ ਮਿੰਟ ਪਹਿਲਾਂ ਮੇਰੀ ਗੱਲਬਾਤ ਅਸੀਂ ਤੁਹਾਡੀ ਕਰਵਾ ਰਹੇ ਸੀ, ਉਹ ਗੱਲਬਾਤ ਹੋ ਰਹੀ ਸੀ ਬਰਿੰਦਰ ਢਿੱਲੋਂ ਦੇ ਨਾਲ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ। ਤਾਂ ਉਸ ਸਮੇਂ ਉਹਨਾਂ ਨੇ ਦਾਅਵਾ ਕਰ ਦਿੱਤਾ, ਜਾਂ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਬੋਲ ਦਿੱਤਾ ਕਿ ਇੱਕ ਤਾਂ ਸੰਦੀਪ ਜਾਖੜ ਨੇ, ਸੁਨੀਲ ਜਾਖੜ ਦੇ ਭਤੀਜੇ ਨੇ, ਸੁਨੀਲ ਜਾਖੜ ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਦੇ ਵਿੱਚ ਨੇ, ਤਾਂ ਇੱਕ ਤਾਂ ਸਿੱਧਾ ਕੁਐਸਚਨ ਮਾਰਕ ਲਿਆ ਕੇ ਖੜਾ ਕਰ ਦਿੱਤਾ ਕਿ ਇੱਕ ਤਾਂ ਹੋ ਸਕਦੇ ਨੇ ਜੀ ਸੰਦੀਪ ਜਾਖੜ। ਇਹ ਬਰਿੰਦਰ ਢਿੱਲੋਂ ਦਾ ਬਿਆਨ ਹੈ। ਤਾਂ ਕੀ ਸੰਦੀਪ ਜਾਖੜ ਨੇ ਬੀਜੇਪੀ ਵਾਲੇ ਪਾਸੇ ਜਾ ਕੇ ਵੋਟ ਕਰ ਦਿੱਤਾ? ਕੀ ਸੰਦੀਪ ਜਾਖੜ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਵਾਲੇ ਪਾਲੇ ਦੇ ਵਿੱਚ ਆ ਕੇ ਖੜੇ ਹੋ ਸਕਦੇ ਨੇ? ਵਿਧਾਇਕੀ ਉਹਨਾਂ ਦੇ ਕੋਲ ਕਾਂਗਰਸ ਦੀ ਟਿਕਟ ਦੇ ਉੱਤੇ ਹੈ। ਖੈਰ ਅੰਕੜੇ ਤੁਹਾਨੂੰ ਦਿਖਾ ਰਹੇ ਹਾਂ, ਔਰ ਅੰਕੜੇ ਮੈਂ ਦੋਵੇਂ ਪਾਸੇ, ਇੱਕ ਮੇਰੇ ਪਿੱਛੇ ਸਕਰੀਨ ਦੇ ਉੱਤੇ ਅੰਕੜਾ ਤੁਹਾਨੂੰ ਨਜ਼ਰ ਆ ਰਿਹਾ ਹੈ, ਇੱਕ ਅੱਗੇ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੈ ਅੰਕੜਾ। ਤਾਂ ਜਿਹੜਾ ਮੈਂ ਪਿੱਛੇ ਬੈਕ ਸਾਈਡ ਵਾਲਾ ਜ਼ਿਕਰ ਕਰ ਰਿਹਾ ਕਿ 8 ਵੋਟਾਂ ਦ੍ਰੋਪਦੀ ਮੁਰਮੂ ਨੂੰ ਮਿਲੀਆਂ ਹੋਈਆਂ ਨੇ, 8 ਦ੍ਰੋਪਦੀ ਮੁਰਮੂ ਨੂੰ ਮਿਲੀਆਂ ਨੇ, 101 ਵੋਟਾਂ ਮਿਲ ਗਈਆਂ ਯਸ਼ਵੰਤ ਸਿਨਹਾ ਨੂੰ। 101 ਤੇ 8 ਟੋਟਲ ਤੁਸੀਂ ਕਰ ਲਓ, ਇਹ ਹੋ ਗਿਆ 109, ਤੇ ਉਸ ਤੋਂ ਬਾਅਦ 5 ਵੋਟਾਂ ਇਨਵੈਲਿਡ ਸੀ 114, ਤੇ 3 ਉੱਥੇ ਗੈਰ ਹਾਜ਼ਰ ਸੀ 117। ਤਾਂ 8 ਤੇ 101, ਜਦਕਿ ਇਹ 101 ਵਾਲਾ ਅੰਕੜਾ ਜੇਕਰ ਇਨਵੈਲਿਡ ਤੇ ਗੈਰ ਹਾਜ਼ਰ ਨੂੰ ਜੋੜ ਕੇ ਆਪਾਂ ਦੇਖਿਆ ਜਾਵੇ, ਉਸ ਨੂੰ ਘਟਾ ਕੇ ਦੇਖਿਆ ਜਾਵੇ, ਤਾਂ ਇਹ ਅੰਕੜਾ 101 ਨਹੀਂ 104 ਹੋਣਾ ਚਾਹੀਦਾ ਸੀ, ਤਾਂ ਕਿ ਤੁਹਾਡੇ ਹਲਕੇ ਦੇ ਵਿਧਾਇਕ ਨੇ ਬੀਜੇਪੀ ਵਾਲੇ ਪਾਸੇ ਵੋਟ ਕਰ ਦਿੱਤੀ। ਜੇਕਰ ਤੁਹਾਡੇ ਹਲਕੇ 'ਚ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੇ ਵਿਧਾਇਕ ਨੇ ਤਾਂ ਫਿਰ ਕੁਐਸਚਨ ਮਾਰਕ ਹੈ
ਕਿ ਤੁਹਾਡੇ ਹਲਕੇ ਦੇ ਵਿਧਾਇਕ ਨੇ ਬੀਜੇਪੀ ਵਾਲੇ ਪਾਸੇ ਵੋਟ ਕਰ ਦਿੱਤੀ, ਕਿ ਆਪਣੇ ਪਾਰਟੀ ਦੇ ਆਦੇਸ਼ਾਂ ਦੇ ਖਿਲਾਫ ਜਾ ਕੇ ਕ੍ਰਾਸ ਵੋਟਿੰਗ ਕਰ ਦਿੱਤੀ। ਵਿਰਸਾ ਸਿੰਘ ਬਲਟੋਹਾ ਜਿਹੜੇ ਸੀ ਉਹ ਵੀ ਜ਼ਿਕਰ ਕਰਦੇ ਨਜ਼ਰ ਆਏ ਕਿ ਹੁਣ ਬਹੁਤ ਔਖਾ ਹੈ ਜਾਂ ਘੱਟ ਚਾਂਸ ਨੇ ਕਿ ਪਤਾ ਲੱਗ ਸਕੇ ਕਿ ਆਖਿਰ ਕਿਸ ਦੇ ਵੱਲੋਂ ਵੋਟ ਜਾ ਕੇ ਉਹਨਾਂ ਦੇ ਖਿਲਾਫ ਕਰ ਦਿੱਤੀ। ਪਰ ਜਿਹੜੀਆਂ ਇਹ ਕ੍ਰਾਸ ਵੋਟਿੰਗ ਹੋਈਆਂ ਨੇ, ਕਿਉਂਕਿ ਆ ਸਮਰਥਨ ਹਾਸਲ ਸੀ 6 ਦੇ ਵਿੱਚੋਂ 5 ਦਾ ਜਿਹੜਾ ਮੈਂ ਜ਼ਿਕਰ ਕਰ ਰਿਹਾ ਦ੍ਰੋਪਦੀ ਮੁਰਮੂ ਨੂੰ, ਤੇ ਦੂਜੇ ਪਾਸੇ ਜੇਕਰ ਕੋਈ ਵੀ ਵੋਟ ਇਨਵੈਲਿਡ ਨਾ ਹੁੰਦੀ, ਕੋਈ ਵੀ ਗੈਰ ਹਾਜ਼ਰ ਨਾ ਹੁੰਦਾ, ਤਾਂ ਫਿਰ 110 ਵੋਟਾਂ ਪੈਣੀਆਂ ਸੀ ਯਸ਼ਵੰਤ ਸਿਨਹਾ ਨੂੰ। ਕੁਝ ਗੈਰ ਹਾਜ਼ਰ ਹੋ ਗਏ, ਕਈਆਂ ਦੀ ਇਨਵੈਲਿਡ ਹੋ ਗਈ, ਕਈ ਦੂਜੇ ਵਾਲੇ ਪਾਸੇ ਪਾ ਗਏ। ਇਸ ਕਰਕੇ ਜਿਹੜਾ ਵੋਟਾਂ ਦਾ ਗਿਣਤੀ ਹੈ ਘਟ ਕੇ ਯਸ਼ਵੰਤ ਸਿਨਹਾ ਦੀ 101 ਦੇ ਉੱਤੇ ਪਹੁੰਚ ਗਈ। ਸਵਾਲ ਬਹੁਤ ਸਾਰੇ ਨੇ। ਪੰਜਾਬ ਦੀ ਸਿਆਸਤ ਦੇ ਵਿੱਚ ਇਹ ਵਾਪਰਿਆ ਦਿਲਚਸਪ ਘਟਨਾਕ੍ਰਮ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਕੀ ਅਸਰ ਨਜ਼ਰ ਆ ਸਕਦਾ ਹੈ, ਇਹ ਵੀ ਦੇਖਣ ਵਾਲੀ ਗੱਲ ਲਾਜ਼ਮੀ ਤੌਰ ਤੇ ਰਹੇਗੀ।